अच्छा जी, ਅੱਜ ਅਸੀਂ ਇਹ ਤਕਰੀਬਨ ਸਾਡਾ ਲਾਸਟ ਹੈਗਾ ਸੈਮੀਨਾਰ ਉਹ ਗਾਲਬ ਤੇ, ਲੇਕਿਨ ਅਜੇ ਕੁਝ ਹੋਰ ਗੱਲਾਂ ਕਰਨ ਵਾਲੀਆਂ ਨੇ। ਲੇਕਿਨ ਉਹਨਾਂ ਵਿੱਚ ਮਸਲਾ ਇਹ ਹੈ ਕਿ ਉਹ ਜਿਹੜੀ ਮੇਰੀ ਅਜ਼ੰਪਸ਼ਨ ਹੈ ਸੀ ਔਰ ਜਿਸ ਦੇ ਤਹਿਤ ਮੈਂ ਕਿਤਾਬ ਲਿਖੀ ਸੀ ਗਾਲਬ ਤੇ ਜਿਹੜੀ ਮੈਂ ਗੱਲ ਕਰ ਰਿਹਾ ਹਾਂ ਉਹਦੇ ਵਿੱਚ ਮੇਰੀ ਅਜ਼ੰਪਸ਼ਨ ਇਹ ਸੀ ਕਿ ਉਹਨਾਂ ਦੇ ਨਾਲ ਸਾਰੇ ਐਸੇ ਲੋਕਾਂ ਦੇ ਨਾਲ ਇਹ ਡਾਇਲਾਗ ਹੋ ਰਿਹਾ ਹੈ ਜਿਨ੍ਹਾਂ ਨੇ ਗਾਲਬ ਦੀ ਦੀਵਾਨ ਔਰ ਗਾਲਬ ਦੀ ਟੈਕਸਟ ਪੜ੍ਹੀ ਹੈ ਮੁਕੰਮਲ ਤੌਰ ਤੇ ਉਹ ਜਿਹੜੀ ਆਜ਼ਾਰ ਗੱਲ ਹੈ ਕਿ ਉਹ ਅਜ਼ੰਪਸ਼ਨ ਜਿਹੜੀ ਹੈ ਉਹ ਮੇਰੀ ਜਿਹੜੀ ਹੈ ਉਹ ਰੀਅਲਿਸਟ ਨਹੀਂ ਸੀ ਹੈਗੀ, ਰੀਅਲਿਸਟਿਕ ਨਹੀਂ ਸੀ ਹੈਗੀ। ਤੇ ਹੁਣ ਗਾਲਬ ਨੂੰ ਜਦੋਂ ਤੁਸੀਂ ਪੜ੍ਹੋਗੇ ਨਾ, ਜੇ ਤੁਸੀਂ ਪੜ੍ਹਿਆ ਤੇ ਫਿਰ ਉਸ ਤੋਂ ਬਾਅਦ ਇੱਕ ਦੋ ਸੈਸ਼ਨਸ ਅਸੀਂ ਕਰਾਂਗੇ ਉਹਦੀ ਪੋਇਟਰੀ ਦੇ, ਪਾਰਟਿਕੂਲਰਲੀ ਉਹਦੀ ਪੋਇਟਰੀ ਦੇ ਉੱਤੇ। ਅੱਛਾ, ਅੱਜ ਜਿਹੜੀ ਗੱਲ ਕਰਨੀ ਹੈ ਉਹ ਹੈ ਗਾਲਬ, ਮਜ਼ਹਬ ਤੇ ਵਹਦਤੁਲ ਵਜੂਦ। ਵਹਦਤੁਲ ਵਜੂਦ ਦਾ ਮਤਲਬ ਪੈਂਥੀਜ਼ਮ। ਅੱਛਾ, ਹੁਣ ਇਹਦੇ 'ਚ ਜਿਹੜਾ ਪਹਿਲਾ ਨੁਕਤਾ ਹੈ ਉਹ ਇਹ ਹੈ ਕਿ ਇਹ ਜਿਹੜੇ ਜਿੰਨੇ ਵੀ ਮੈਂ ਤੁਹਾਨੂੰ ਪਿਛਲੀ ਗੱਲ ਸੈਮੀਨਾਰ ਤੋਂ ਪਤਾ ਲੱਗਾ, ਯਾਦ ਹੋਏਗਾ, ਮੈਂ 4-5 ਵੱਡੇ ਸ਼ਾਇਰ ਜਿਹੜੇ ਨੇ ਦੁਨੀਆ ਦੇ ਉਹਨਾਂ ਨੂੰ ਇੱਕ ਦੂਜੇ ਨਾਲ ਕੰਪੈਰੀਜ਼ਨ ਕਰਕੇ ਦੇਖ ਰਹੇ ਹਾਂ। ਉਹਨਾਂ ਵਿੱਚ ਆਪਣਾ ਗਾਲਬ ਹੈ, ਉਹਨਾਂ ਵਿੱਚ ਗੋਇਟੇ ਹੈ, ਉਹਨਾਂ ਵਿੱਚ ਸ਼ੇਕਸਪੀਅਰ ਹੈ, ਉਹਨਾਂ ਵਿੱਚ ਵਾਰਿਸ ਸ਼ਾਹ ਹੈ ਤੇ ਉਹਨਾਂ ਵਿੱਚ ਬੁੱਲੇ ਸ਼ਾਹ ਨੇ। ਇਹਨਾਂ ਨੂੰ ਕਰਕੇ ਦੇਖਦੇ ਆ ਤੇ ਉਹਨਾਂ ਦੀ ਜ਼ਿੰਦਗੀਆਂ ਤੇ ਉਹਨਾਂ ਦੀ ਜਿਹੜੀ ਫਿਲਾਸਫੀ ਹੈ ਉਹਨਾਂ ਦੇ ਵਿੱਚ ਕੀ ਤਲਕ ਹੈ, ਉਸ ਹਿਸਾਬ ਨਾਲ ਮੈਂ ਇਹ ਦੇਖ ਰਿਹਾ। ਤੇ ਅੱਜ ਦਾ ਜਿਹੜਾ ਹੈ ਉਹ ਇਹ ਹੈ ਜਿਹੜੀ ਜਿਸ ਦੇ ਉੱਤੇ ਸਾਰੀ ਗੱਲ ਹੋਣੀ ਹੈ ਕਿ ਇਹ ਜਿਹੜੇ ਸਾਰੇ ਵੱਡੇ ਸ਼ਾਇਰ ਨੇ ਇਹ ਜਿਹੜੇ ਨੇ ਇਹਨਾਂ ਦੇ ਵੱਖ-ਵੱਖ ਮਜ਼ਹਬ ਸਨ ਤੇ ਵੱਖ-ਵੱਖ ਫਿਰਕੇ ਸਨ, ਲੇਕਿਨ ਇਹ ਸਾਰੇ ਜਿਹੜੇ ਨੇ ਇਹ ਵਹਦਤੁਲ ਵਜੂਦੀਅਤ ਦੇ ਉੱਤੇ, ਪੈਂਥੀਜ਼ਮ ਦੇ ਉੱਤੇ ਇਹ ਸਾਂਝੀ ਸੋਚ ਰੱਖਦੇ ਸਨ। ਤੇ ਗਾਲਬ ਜਿਹੜਾ ਹੈ ਉਹਦੇ ਉੱਤੇ ਖਾਸ ਅਸੀਂ ਤਵੱਜੋ ਦਿਆਂਗੇ। ਅੱਛਾ, ਮਸਲਨ ਗਾਲਬ ਨੂੰ ਤੁਸੀਂ ਦੇਖੋ ਤੇ ਗਾਲਬ ਜਿਹੜਾ ਹੈ ਉਹ ਆਪਣੇ ਆਪ ਨੂੰ ਪੱਕਾ ਸ਼ੀਆ ਕਹਿੰਦਾ ਸੀ ਔਰ ਹਜ਼ਰਤ ਅਲੀ ਤੇ 12 ਇਮਾਮਾਂ ਦੀ ਬਾਰ-ਬਾਰ ਯਕੀਨ ਦਿਵਾਉਂਦਾ ਸੀ ਕਿ ਮੈਂ ਉਹਨਾਂ ਦੇ ਮੰਨਣ ਵਾਲਾ ਹਾਂ ਤੇ ਅਲੀ ਅਲੀ ਕਰਨਾ ਹੈ ਤੇ ਬਸ ਗੱਲ ਮੁੱਕ ਗਈ। ਅੱਛਾ, ਉਹਦੇ ਮੁਕਾਬਲੇ ਤੁਸੀਂ ਦੇਖੋ ਕਿ ਗਾਲਬ ਸ਼ੀਆ ਹੈ, ਜ਼ਾਹਰ ਗੱਲ ਹੈ ਉਹ ਗਾਲਬ ਜਿਹੜਾ ਸ਼ੀਆ ਦੇ 4 ਰਸੂਲ ਦੇ ਜਿਹੜੇ ਯਾਰ ਸਨ, 4 ਯਾਰ, ਯਾਨੀ ਹਜ਼ਰਤ ਅਬੂ ਬਕਰ, ਉਮਰ, ਉਸਮਾਨ ਤੇ ਅਲੀ, ਉਹ ਉਹਨਾਂ ਨੂੰ ਤਾਂ ਨਹੀਂ ਮੰਨਦੇ ਹੋਣਗੇ, ਸ਼ੀਆ ਤੇ ਨਹੀਂ ਉਹਨਾਂ ਨੂੰ ਮੰਨਦੇ ਨਾ, ਉਹ ਤਾਂ ਸਮਝਦੇ ਨੇ ਕਿ ਉਹ ਗਲਤ ਸਨ। ਤੇ ਲੇਕਿਨ ਤੁਸੀਂ ਉਹਦੇ ਵਿੱਚ ਦੇਖੋ ਕਿ ਜਿਹੜੇ ਵਾਰਿਸ ਸ਼ਾਹ ਹੈ ਉਹ ਬਿਲਕੁਲ ਹੀ ਉਲਟ ਗਾਲਬ ਦੇ ਚਾਰਾਂ ਸਾਹਬਾਂ ਨੂੰ ਮੰਨਦਾ ਹੈ ਤੇ ਉਹ ਕਹਿੰਦਾ ਹੈ ਚਾਰੇ ਯਾਰ ਰਸੂਲ ਦੇ 4 ਗੌਹਰ ਸਭਾ ਇੱਕ ਥੀ ਇੱਕ ਚਿੜਿੰਦੜੇ ਨੇ, ਯਾਨੀ 4 ਜਿਹੜੇ ਨੇ ਉਹ ਇੱਕੋ ਜਿਹੇ ਨੇ ਔਰ ਇੱਕ ਤੋਂ ਇੱਕ ਵੱਧ ਹੈ। ਮਤਲਬ ਇਹ ਹੈ ਕਿ ਉਹ ਚਾਰਾਂ ਨੂੰ ਹੀ ਮੰਨਦਾ ਹੈ ਤੇ ਉਹ ਹੁਣ ਪੱਕਾ ਇਹਦਾ ਮਤਲਬ ਹੈ ਕਿ ਸੁੰਨੀ ਹੈ ਤੇ ਜਿਹੜਾ ਗਾਲਬ ਹੈ ਉਹ ਇੱਕ ਸ਼ੀਆ ਹੈ। ਲੇਕਿਨ ਜਿਹੜਾ ਫਲਸਫਾ ਹੈ ਉਹਦੇ ਵਿੱਚ ਦੋਵਾਂ ਦੇ ਵਿੱਚ ਸਾਂਝ ਹੈ। ਹੁਣ ਮੈਂ ਤੁਹਾਨੂੰ ਪਹਿਲੇ ਵਾਰਿਸ ਸ਼ਾਹ ਦਾ ਇੱਕ ਮਿਸਰਾ ਸੁਣਾਉਣਾ ਹੈ। ਵਾਰਿਸ ਸ਼ਾਹ ਮੀਆਂ ਹਮਾ ਊਸ ਜਾਪੇ ਸਿਰਫ ਮੈਂ ਭਗਵਾਨ ਨੂੰ ਪਾਇਆ ਹੀ, ਯਾਨੀ ਵਾਰਿਸ ਸ਼ਾਹ ਕਹਿ ਰਿਹਾ ਹੈ ਕਿ ਸਭ ਕੁਝ ਉਹੀ ਹੈ ਔਰ ਸਾਰਿਆਂ ਦਾ ਵਿੱਚ ਸਮਾਇਆ ਹੋਇਆ ਜਿਹੜਾ ਭਗਵਾਨ ਹੈ ਉਹਨੂੰ ਪਾ ਲਿਆ ਸੀ। ਠੀਕ ਹੈ, ਇਹ ਹੁਣ ਬਾਦਸ਼ਾਹ ਕਹਿ ਰਿਹਾ। गालिब कह रहा है अगर मुझे मंजूर कीजिए तो मैं सूफी हूं, हमा उस का दम भरता हूं।
मैं इसलिए किया सी कि गालिब और ਜਿਹੜਾ वारिस शाह है वो एग्जैक्ट एक ही टर्म बरत रहे हैं, हमाऊस का दम भरता हूँ। अच्छा, ये सवाल ये है कि इवें टकरावें ਜਿਹੜੇ ਨੇ ਫਿਰਕਿਆਂ ਦੇ ਹੋ ਕੇ ਵੀ ਬੇਸਿਕ ਫਿਲਾਸਫੀ ਜਿਹੜੀ ਹੈ ਉਹ ਇੱਕ ਕਿਉਂ ਹੈ, ਤੇ ਇਹਦੇ ਬਾਰੇ ਚ ਜਿਹੜੀ ਜਿਹੜੀ ਮੇਰੀ ਕਾਰਡ ਹੈ ਉਹ ਇਹ ਹੈ। ਹੁਣ ਮੈਂ ਇੱਥੇ ਯਕੀਨ ਹੋ ਗਿਆ ਹੈ, ਮੈਂ ਪਹਿਲੇ ਵੀ ਗੱਲ ਕੀਤੀ ਸੀ ਕਿ ਇੱਕ ਸੋਸ਼ਲ ਜਿਹੜਾ ਹੈ ਉਹ ਮਜ਼ਹਬ ਇਹਨਾਂ ਦਾ ਸਾਰਿਆਂ ਦਾ ਹੁੰਦਾ ਹੈ। ਜਿਹੜੀ ਜੇ ਸੁਸਾਇਟੀ ਜੰਮਦੇ ਨੇ ਉਹਦੇ ਬਾਇਸਸ ਵੀ ਉਹਨਾਂ ਦੇ ਵਿੱਚ ਹੁੰਦੇ ਨੇ, ਤੇ ਉਹਦੇ ਵਿੱਚ ਕੋਈ ਸੁੰਨੀ ਹੈ, ਕੋਈ ਸ਼ੀਆ ਹੈ, ਕੋਈ ਆਪਣਾ ਈਸਾਈ ਹੈ, ਕੋਈ ਆਤਿਸ਼ਪਰਸਤ ਹੈ, ਕੋਈ ਸਾਰੇ ਨੇ। ਲੇਕਿਨ ਉਹ ਉਹਨਾਂ ਦਾ ਇੱਕ ਸੋਸ਼ਲ ਬੀਇੰਗ ਹੈ, ਸੋਸ਼ਲ ਫਾਰਮ ਹੈ। ਲੇਕਿਨ ਉਹ ਆਪਣੀ ਜਿਹੜੀ ਕ੍ਰੀਏਸ਼ਨ ਜਦੋਂ ਕਰਦੇ ਨੇ, ਜਦੋਂ ਉਹ ਕ੍ਰੀਏਟਿਵਿਟੀ ਨੂੰ ਯੂਜ਼ ਕਰ ਰਹੇ ਹੁੰਦੇ ਨੇ, ਤੇ ਉਹ ਫਿਰ ਆਪਣੀ ਸੋਸ਼ਲ ਬੀਇੰਗ ਨੂੰ ਟ੍ਰਾਂਸੈਂਡ ਕਰ ਜਾਂਦੇ ਨੇ, ਸੋਸ਼ਲ ਬੀਇੰਗ ਨੂੰ ਪਿੱਛੇ ਛੱਡ ਜਾਂਦੇ ਨੇ, ਤੇ ਉਹ ਜੋ ਕਹਿੰਦੇ ਨੇ ਉਹ ਬਿਲਕੁਲ ਹੀ ਜਿਹੜਾ ਹੈ ਉਹ ਉਹਨਾਂ ਦੇ ਸੋਸ਼ਲ ਬੀਇੰਗ ਦੇ ਨਾਲ ਉਹਦਾ ਕੋਈ ਮੇਲ ਨਹੀਂ ਕਰਦਾ। ਔਰ ਉਹਦੀ ਜਿਹੜੀ ਤੁਸੀਂ ਦੋ ਜਗ੍ਹਾ ਤੇ ਹੈਗੇ ਹੋ। ਕੌਣ ਜੀ? ਮੈਂ ਸੌਰੀ। ਠੀਕ ਹੈ ਡਾਕਟਰ ਸਾਹਿਬ। ਅੱਛਾ ਜੀ, ਆਪਣਾ ਹੁਣ ਜਿਹੜੀ ਵਾਦਤੁਲ ਵਜੂਦ ਰਾਹੀਂ ਇੱਕ ਹਸਤੀ ਨੂੰ ਵੇਖਣ ਦੀ ਆਪਣੀ ਇੱਕ ਤਾਰੀਖ ਹੈਗੀ ਆ। ਮੋਟੀ ਗੱਲ ਇਹ ਹੈ ਕਿ ਜੇ ਸਾਰੇ ਵੱਡੇ ਮਜ਼ਹਬਾਂ ਵਿੱਚ ਇੱਕ ਹਸਤੀ ਨੂੰ ਖੁਦਾ, ਰੱਬ, ਭਗਵਾਨ ਦੇ ਨਾਲ ਮੰਨਿਆ ਜਾਂਦਾ ਹੈ, ਤੇ ਫਿਰ ਤੁਸੀਂ ਇਹ ਪੁੱਛ ਸਕਦੇ ਹੋ ਕਿ ਇਹ ਜਿਹੜੇ ਵਾਦਤੁਲ ਵਜੂਦ ਵਾਲੇ ਨੇ ਇਹ ਵੀ ਇੱਕ ਹੀ ਵੱਡੀ ਹਸਤੀ ਨੂੰ ਮੰਨਦੇ ਨੇ, ਤੇ ਵਾਦਤੁਲ ਵਜੂਦ ਵਾਲਿਆਂ ਵਿੱਚ ਤੇ ਬਾਕੀ ਜਿਹੜੇ ਆਰਗੇਨਾਈਜ਼ਡ ਰਿਲੀਜਨ ਨੇ ਉਹਨਾਂ 'ਚ ਫਿਰ ਫਰਕ ਕੀ ਹੋਇਆ? ਇੱਕ ਨੂੰ ਮੰਨਦੇ ਨੇ, ਉਹ ਵੀ ਇੱਕ ਨੂੰ ਇਹ ਮੰਨਦੇ ਨੇ। ਹਾਂ, ਉਹਦੇ ਵਿੱਚ ਬਹੁਤ ਮੁੱਢਲਾ ਫਰਕ ਹੈ। ਮੁੱਢਲਾ ਫਰਕ ਇਹ ਹੈ ਕਿ ਜਿਹੜੇ ਆਰਗੇਨਾਈਜ਼ਡ ਰਿਲੀਜਨ ਵਾਲੇ ਨੇ, ਜਿਹਨਾਂ ਨੂੰ ਮੈਂ ਘਟਤੀ ਮਤਲਬ ਕਹਿਣਾ, ਸਟਰਕਚਰ ਰਿਲੀਜਨ ਵਾਲੇ ਜਿਹੜੇ ਨੇ, ਉਹਨਾਂ ਦਾ ਜਿਹੜਾ ਇੱਕ ਹੈ, ਇੱਕ ਭਗਵਾਨ ਜਾਂ ਇੱਕ ਰੱਬ ਜਾਂ ਇੱਕ ਅੱਲਾ ਜਾਂ ਜੋ ਵੀ ਤੁਸੀਂ ਉਹਨੂੰ ਕਹਿ ਲਓ, ਉਹ ਇੱਕ ਦੂਜੇ ਜਹਾਨ 'ਚ ਬੈਠਾ ਹੈ। ਉਹ ਬਾਹਰ ਦੀ ਹਸਤੀ ਹੈ ਜਿਹਨੂੰ ਅਸੀਂ ਮੰਨ ਰਹੇ ਹਾਂ। ਉਹ ਹਸਤੀ ਜਿਹੜੀ ਹੈ ਉਹ ਬੰਦਿਆਂ ਨੂੰ ਚਲਾ ਰਹੀ ਹੈ, ਤੇ ਉਹ ਹੈ ਬੰਦਿਆਂ ਤੋਂ ਵੱਖ ਹੈ। ਦੋ ਦੇਖੋ ਨਾ, ਇਹ ਜਿਹੜੀ ਸਾਡੀ ਪੰਜਾਬੀ ਦੇ ਵਿੱਚ ਹਮੇਸ਼ਾ ਗੱਲ ਕੀਤੀ ਜਾਂਦੀ ਹੈ, ਦੋ ਜਹਾਨਾਂ ਦਾ ਮਾਲਕ, ਯਾਨੀ ਦੋ ਜਹਾਨਾਂ ਨੂੰ ਮੰਨਿਆ ਜਾਂਦਾ। ਇੱਕ ਤੇ ਜਹਾਨ ਉਹ ਹੈ ਜਿਹੜਾ ਬੰਦਿਆਂ ਦਾ ਹੈ, ਤੇ ਇੱਕ ਦੂਜਾ ਜਹਾਨ ਹੈ ਜਿਹੜਾ ਰੱਬ ਦਾ ਔਰ ਭਗਵਾਨ ਦਾ ਔਰ ਈਸ਼ਵਰ ਦਾ ਹੈਗਾ। ਤੇ ਲੇਕਿਨ ਜਿਹੜੇ ਸੂਫੀ ਨੇ ਉਹ ਇੱਕ ਹੀ ਜਹਾਨ ਨੂੰ ਮੰਨਦੇ ਨੇ ਕਿ ਇਸ ਦੂਜਾ ਤੀਜਾ ਪਹਿਲਾ ਕੋਈ ਨਹੀਂ ਹੈਗਾ। ਜਹਾਨ ਉਹ ਹੀ ਹੈ ਜਿਹੜਾ ਕਿ ਸਾਡੇ ਸਾਹਮਣੇ ਹੈ, ਔਰ ਉਸ ਜਹਾਨ ਦੇ ਅੰਦਰ ਹੀ ਐਸੇ ਯੂਨੀਵਰਸਲ ਲਾਜ਼ ਨੇ ਜਿਨ੍ਹਾਂ ਦੇ ਨਾਲ ਇਹ ਸਾਰਾ ਸੰਸਾਰ, ਇਹ ਸਾਰਾ ਯੂਨੀਵਰਸ ਚੱਲ ਰਿਹਾ ਹੈ। ਉਹ ਜਿਹੜਾ ਸੁਪਰੀਮ ਲਾ ਹੈ ਜਿਹਦੇ ਤਹਿਤ ਉਹ ਚੱਲ ਰਿਹਾ ਹੈ, ਉਹ ਸੰਸਾਰ ਦੇ ਅੰਦਰ ਹੀ ਹੈ, ਤੇ ਉਹਦੀ ਜਿਹੜੀ ਏਕਤਾ ਨੂੰ ਮੰਨਣਾ, ਉਸ ਅਸੂਲ ਦੀ ਏਕਤਾ ਨੂੰ ਮੰਨਣਾ, ਉਸ ਕਾਨੂੰਨ ਦੀ ਏਕਤਾ ਨੂੰ ਮੰਨਣਾ ਇੱਕ ਮੰਨਣਾ ਹੈ। ਔਰ ਉਹ ਬਾਹਰ ਨਹੀਂ ਹੈਗਾ, ਉਹ ਹਰ ਚੀਜ਼ ਦੇ ਅੰਦਰ ਹੈ। ਮਤਲਬ ਜਿਵੇਂ ਮੁੱਲਾ ਤੇ ਕਾਜ਼ੀ ਤੇ ਪੰਡਿਤ ਕਹਿਣਗੇ ਨਾ ਕਿ ਭਗਵਾਨ ਉੱਤੇ ਹੈ ਤੇ ਸਾਡੇ ਜ਼ਰੀਏ ਤੁਸੀਂ ਉਹਨੂੰ ਪਹੁੰਚ ਸਕਦੇ ਹੋ, ਤੇ ਸੂਫੀ ਜਾਂ ਜਿਹੜਾ ਵਾਦਤੁਲ ਵਜੂਦ ਦੇ ਮੰਨਣ ਵਾਲਾ ਉਹ ਇੱਕ ਕਹਿੰਦਾ ਕਿ ਨਹੀਂ, ਉਹ ਤੁਹਾਡੇ ਅੰਦਰ ਹੀ ਹੈ, ਉਹਨੂੰ ਬਾਹਰ ਨਹੀਂ ਹੈਗਾ। ਤੁਹਾਡੇ ਅੰਦਰ ਹੀ ਉਹ ਤਾਕਤਾਂ ਨੇ ਜਿਨ੍ਹਾਂ ਦੇ ਨਾਲ ਚੀਜ਼ਾਂ ਹੋ ਰਹੀਆਂ ਨੇ ਤੇ ਚੀਜ਼ਾਂ ਬਦਲ ਰਹੀਆਂ ਨੇ। ਅੱਛਾ, ਇਹਦੇ ਵਿੱਚ ਤੁਸੀਂ ਦੇਖੋ, ਮੈਂ ਤੁਹਾਨੂੰ ਇਸ ਏਕਤਾ ਨੂੰ ਦੇਖਣ ਲਈ
ਇਹ ਏਕਤਾ ਦਾ ਰੰਗ ਕੀ ਹੈਗਾ ਹੈ? ਇਹ ਤੁਹਾਨੂੰ ਵਾਰਿਸ ਸ਼ਾਹ ਦੀ ਇਹ ਦੱਸ ਸੁਣਾਉਣਾ ਹੈ ਉਹਦਾ ਇੱਕ ਬੰਦ। ਉਹਨਾਂ ਦਾ ਤੁਹਾਨੂੰ ਕਾਫੀ ਅੰਦਾਜ਼ਾ ਹੋ ਜਾਏਗਾ। ਮਾਲਾ ਮਣਕਿਆਂ ਵਿੱਚ ਜਿਉਂ ਇੱਕ ਧਾਗਾ ਤਿਵੇਂ ਸਰਬ ਕੇ ਬੀਚ ਸਮਾ ਰਿਹਾ। ਸਭਨਾ ਜਿੰਦਿਆਂ ਵਿੱਚ ਹੈ ਜਾਨ ਵਾਂਗੂ ਨਸ਼ਾ ਭੰਗ ਅਫੀਮ ਵਿੱਚ ਆ ਰਿਹਾ। ਜਿਵੇਂ ਪੱਤਰੇ ਮਹਿੰਦੀਓਂ ਰੰਗ ਰਚਿਆ ਤਿਵੇਂ ਜਾਨ ਜਹਾਨ ਸਮਾ ਰਿਹਾ। ਜਿਵੇਂ ਰਖ ਸਰੀਰ ਵਿੱਚ ਸਾਸ ਅੰਦਰ ਤਿਵੇਂ ਜੋਤ ਮੇ ਜੋਤ ਸਮਾ ਰਿਹਾ। ਹੁਣ ਮੈਂ ਤੁਹਾਨੂੰ ਮੈਨੂੰ ਖੈਰ ਮੈਂ ਇਹਦਾ ਤਰਜਮਾ ਥੋੜਾ ਜਿਹਾ ਕਰਦਾ ਕਿ ਉਹ ਜਿਹੜਾ ਹੈਗਾ ਹੈ, ਉਹ ਜਿਵੇਂ ਮਣਕਿਆਂ ਦੇ ਵਿੱਚ ਇੱਕ ਧਾਗਾ ਹੁੰਦਾ ਹੈ, ਉਹ ਕਾਇਨਾਤ ਦੀਆਂ ਚੀਜ਼ਾਂ ਦੇ ਵਿੱਚ ਇੱਕ ਧਾਗੇ ਵਾਂਗੂ ਹੈ। ਪਹਿਲੀ ਲਾਈਨ ਦਾ ਤੇ ਇਹ ਮਤਲਬ ਸੀ। ਸਭਨਾ ਜਿਉਂਦਿਆਂ ਵਿੱਚ ਹੈ ਜਾਨ ਵਾਂਗੂ। ਉਹ ਹਰ ਜਾਨਦਾਰ ਚੀਜ਼ ਦੇ ਵਿੱਚ ਇੱਕ ਹੀ ਤਰ੍ਹਾਂ ਦੀ ਜਾਨ ਹੈ। ਨਸ਼ਾ ਭੰਗ ਅਫੀਮ ਵਿੱਚ ਆ ਰਿਹਾ। ਜਿਹੜੀ ਭੰਗ ਤੇ ਅਫੀਮ ਹੈ ਉਹਨੂੰ ਦੇਖਿਆ ਤੇ ਨਹੀਂ ਪਤਾ ਲੱਗਦਾ ਕਿ ਇਹਦੇ ਵਿੱਚ ਇਹ ਨਸ਼ੇ ਵਾਲੀ ਚੀਜ਼ ਹੈ। ਉਹਦੇ ਉੱਤੇ ਤਾਂ ਕੁਝ ਨਹੀਂ ਨਾ ਲਿਖਿਆ ਜਾਂ ਜ਼ਾਹਰ ਹੁੰਦਾ, ਲੇਕਿਨ ਉਹਦੇ ਅੰਦਰ ਜਿਹੜੀ ਹੈ ਉਹ ਨਸ਼ਾ ਛੁਪਿਆ ਹੈ। ਤੇ ਇਸੇ ਤਰ੍ਹਾਂ ਉਹ ਜਿਹੜਾ ਇੱਕ ਦਾ ਅਸੂਲ ਹੈ ਉਹ ਛੁਪਿਆ ਹੈ। ਫਿਰ ਅਗਲੇ 'ਚ ਹੋਰ ਵਾਜ਼ਿਹ ਹੋ ਜਾਂਦਾ ਹੈ, ਜਿਵੇਂ ਪੱਤਰੇ ਮਹਿੰਦੀਓਂ ਰੰਗ ਰਚਿਆ। ਮਹਿੰਦੀ ਦੇ ਪੱਤੇ ਜਿਹੜੇ ਹੁੰਦੇ ਨੇ ਉਹ ਤੇ ਗ੍ਰੀਨ ਹੁੰਦੇ ਨੇ, ਸਬਜ਼ ਹੁੰਦੇ ਨੇ, ਤੇ ਲੇਕਿਨ ਇਹ ਹੈ ਕਿ ਉਹਨਾਂ ਵਿੱਚੋਂ ਲਾਲ ਰੰਗ ਨਿਕਲਦਾ ਹੈ ਜਿਹੜਾ ਤੁਸੀਂ ਮਹਿੰਦੀ ਲਾਉਂਦੇ ਹੋ ਹੱਥਾਂ ਤੇ। ਤੇ ਮਤਲਬ ਇਹ ਹੈ ਕਿ ਜਿਹੜਾ ਇੱਕ ਅਸੂਲ ਹੈ ਉਹ ਉੱਤੋਂ ਉਹਦੀ ਕੋਈ ਵੀ ਸ਼ਕਲ ਹੋਵੇ, ਗ੍ਰੀਨ ਹੋਵੇ, ਰੈੱਡ ਹੋਵੇ, ਕੁਝ ਵੀ ਹੋਵੇ, ਵਿੱਚੋਂ ਉਹ ਇੱਕ ਹੀ ਹੈਗਾ। ਜਿਵੇਂ ਰਖ ਸਰੀਰ ਵਿੱਚ ਸਾਹ ਅੰਦਰ, ਜਿਵੇਂ ਆਪਣਾ ਸਰੀਰ ਵਿੱਚ ਤੁਹਾਡੇ ਖੂਨ ਦੌੜਦਾ ਹੈ ਤੇ ਤੁਹਾਨੂੰ ਸਾਹ ਆਉਂਦਾ ਹੈ, ਤਿਵੇਂ ਜੋਤ ਮੇ ਜੋਤ ਸਮਾ ਰਿਹਾ। ਇਵੇਂ ਉਹ ਰੋਸ਼ਨੀ ਹੈ ਜਿਹੜੀ ਆਪ ਹੀ ਆਪਣੀ ਰੋਸ਼ਨੀ ਦੇ ਵਿੱਚ ਸਮਾਈ ਹੋਈ ਹੈ। ਅੱਛਾ, ਇਹਦੇ ਵਿੱਚ ਤੁਸੀਂ ਸਭ ਜਿਹੜੀ ਬੇਸਿਕ ਗੱਲ ਸੀ ਕਿ ਬਾਜ਼ਾਰ ਵੱਖਰੀਆਂ ਵੱਖਰੀਆਂ ਦਿਖਣ ਵਾਲੀਆਂ ਛਾਵਾਂ ਦੇ ਵਿੱਚ ਜਿਹੜੀ ਏਕਤਾ ਹੈ ਉਹਦੀ ਗੱਲ ਹੋ ਰਹੀ ਸੀ, ਔਰ ਉਹ ਉਹਨਾਂ ਵਿੱਚ ਦਿਸਦੀ ਨਹੀਂ ਹੈ ਲੇਕਿਨ ਉਹ ਲੁਕੀ ਹੋਈ ਹੈ ਔਰ ਉਹ ਮੌਜੂਦ ਹੈ। ਮਸਲਨ ਇਹਦੇ ਉੱਤੇ ਗਾਲਿਬ ਜਿਹੜਾ ਹੈ ਉਹਦੇ ਵੀ ਤੁਸੀਂ ਸ਼ੇਰ ਸੁਣ ਲਓ। सबको मकबूल है दावा तेरी यकताई का, रूबरू कोई बुते आईना सीमा ना हुआ। ਸਾਰਿਆਂ ਨੂੰ ਤੇਰੀ ਯਕਤਾਈ ਦਾ ਯਾਨੀ ਤੇਰੀ ਵਾਹਦੀਅਤ ਦਾ, ਤੇਰੇ ਵਨ ਹੋਣ ਦਾ ਯਕੀਨ ਹੈ। सबको मकबूल है दावा तेरी यकताई का, रूबरू कोई बुत आईना सीमा ना हुआ। ਲੇਕਿਨ ਉਹ ਜਿਹੜਾ ਇੱਕ ਹੈ ਉਹ ਆਈਨੇ ਵਿੱਚ ਕਦੀ ਨਜ਼ਰ ਨਹੀਂ ਆਇਆ। ਇਹ ਮਤਲਬ ਹੈ, ਇਹਦਾ ਮੁਖਤਸਰ ਮਤਲਬ ਇਹ ਹੈ। ਫਿਰ ਇਹ ਜਿਹੜਾ ਸ਼ੇਰ ਹੈ ਇਹਦੇ ਵਿੱਚ ਤੁਸੀਂ ਖਾਸ ਤੌਰ ਦੇ ਉੱਤੇ ਤੁਸੀਂ ਦੇਖੋਗੇ ਕਿ ਇਹ ਹੋਰ ਵੀ ਗੱਲ ਜਿਹੜੀ ਹੈ ਵਾਜ਼ਿਹ ਹੋ ਜਾਂਦੀ ਹੈ। कतरा में दजला दिखाई न दे और जुज्म में कुल, खेल लड़कों का हुआ दीदा बीना न हुआ। तर्जमा, कतरा यानी एक ड्रॉप पानी दी। कतरा में दजला, दजला ਜਿਹੜਾ ਹੈ ਉਹ ਦਰਿਆ ਹੈ ਜਿਹੜਾ ਕਿ ਇਰਾਕ ਵਿੱਚ ਵਗਦਾ ਹੈ। ਕਤਰਾ ਮੇ ਦਜਲਾ ਦਿਖਾਈ ਨਾ ਦੇ, ਜੇ ਤੁਹਾਨੂੰ ਕਤਰੇ ਵਿੱਚ ਦਜਲਾ ਦਾ ਦਰਿਆ ਨਾ ਨਜ਼ਰ ਆਵੇ, ਔਰ ਜੁਜ਼ਮ ਮੇ ਕੁਲ, ਤੇ ਇੱਕ ਪਰਟੀਕੂਲਰ ਚੀਜ਼ ਦੇ ਵਿੱਚ ਤੁਹਾਨੂੰ ਪੂਰਾ ਜਹਾਨ ਨਾ ਨਜ਼ਰ ਆਵੇ, ਨਾ ਆ ਜਾਵੇ, ਖੇਲ ਲੜਕੋਂ ਕਾ ਹੁਆ ਦੀਦਾ ਬੀਨਾ ਨਾ ਹੁਆ। ਫਿਰ ਤੇ ਨਿਆਣਿਆਂ ਦੀ ਖੇਡ, ਤੁਸੀਂ ਕੋਈ ਅਕਲਮੰਦ ਲੋਕ ਨਹੀਂ ਹੋ। ਜੇ ਤੁਸੀਂ ਕਤਰੇ ਵਿੱਚ ਦਰਿਆ ਔਰ ਜੁਜ਼ ਦੇ ਵਿੱਚ ਕੁੱਲ, ਜੁਜ਼ ਦਾ ਮਤਲਬ ਹੈ ਪਾਰਟੀਕਲ, ਪਾਰਸ਼ਲ, ਇੱਕ ਕੋਈ ਖਾਸ ਚੀਜ਼, ਉਹਦੇ ਤੋਂ ਜੇ ਤੁਸੀਂ ਪੂਰੇ ਸੰਸਾਰ ਨੂੰ ਦਾ
ਦਾ ਸਮਝ ਨਹੀਂ ਸਕਦੇ ਹੋ ਤੇ ਫਿਰ ਤੁਸੀਂ ਦੀਦਾ ਬੀਨਾ ਹੁੰਦਾ ਹੈ ਇੱਕ। ਦੀਦਾ ਬੀਨਾ ਦਾ ਮਤਲਬ ਹੈ ਦੇਖਣ ਵਾਲੀ ਅੱਖ। ਦੀਦਾ ਦਾ ਮਤਲਬ ਹੁੰਦਾ ਹੈ ਦੇਖਣਾ, ਤੇ ਬੀਨਾ ਦਾ ਮਤਲਬ ਵੀ ਦੇਖਣਾ ਹੀ ਹੁੰਦਾ ਹੈ। ਤੇ ਲੇਕਿਨ ਮਤਲਬ ਇਹ ਹੈ ਕਿ ਅਕਲਮੰਦ ਆਦਮੀ, ਸਮਝਦਾਰ ਬੰਦਾ, ਬੜਾ ਗੁੜਿਆ ਹੋਇਆ ਬੰਦਾ ਜਿਹੜਾ, ਉਹਨੂੰ ਦੀਦਾ ਬੀਨਾ ਉਸ ਦੀ ਅੱਖ ਨੂੰ ਕਿਹਾ ਜਾਂਦਾ ਹੈ। ਡਾਕਟਰ ਸਾਹਿਬ ਵਿਜ਼ਨਰੀ ਅੱਖ ਜਿਸ ਤਰ੍ਹਾਂ ਕਹਿ ਸਕਦੇ ਹਾਂ। ਕਹਿ ਲਓ ਤੁਸੀਂ, ਹਾਂ ਵਿਜ਼ਨਰੀ ਅੱਖ ਕਹਿ ਲਓ, ਤੁਸੀਂ ਇਹਨੂੰ ਹੋਰ ਕਈ ਤਰ੍ਹਾਂ ਕਹਿ ਲਓ। ਅੱਛਾ, ਲੇਕਿਨ ਇਹ ਹੈ ਕਿ ਇਹ ਜਿਹੜੀ ਇਹਦੀ ਪਿਛੋਕੜ ਹੈ ਇਸ ਇੱਕ ਦੇ ਅਸੂਲ ਦੀ, ਇਹ ਤੁਹਾਨੂੰ ਮੈਂ ਪਹਿਲੇ ਵੀ ਜਿਹੜੇ ਫਲਸਫਾ ਦੀ ਕਲਾਸ ਲੈ ਚੁੱਕੇ ਨੇ ਉਹਨਾਂ ਨੂੰ ਪਤਾ ਹੈ ਕਿ ਇਹ ਤੰਤਰਵਾਦ ਤੋਂ ਸ਼ੁਰੂ ਹੋਈ ਸੀ। ਤੇ ਤੰਤਰਵਾਦ ਦਾ ਜਿਹੜਾ ਫਲਸਫਾ ਹੈ, ਤੰਤਰਵਾਦ ਹੈ ਕਿ ਤਨ ਨੂੰ ਤੁਸੀਂ ਬੇਸ ਸਮਝਦੇ ਹੋ। ਯਾਨੀ ਜਦੋਂ ਇਨਸਾਨ ਨੂੰ ਇਹ ਪਤਾ ਲੱਗ ਗਿਆ ਕਿ ਇਸ ਸੰਸਾਰ ਦੇ ਵਿੱਚ ਬੰਦਾ ਵੀ ਉਹਨਾਂ ਅਸੂਲਾਂ ਦੇ ਤਹਿਤ ਹੀ ਕੰਟਰੋਲ ਹੋ ਰਿਹਾ ਹੈ ਜਿਨ੍ਹਾਂ ਦੇ ਤਹਿਤ ਬਾਕੀ ਹਰ ਚੀਜ਼ ਕੰਟਰੋਲ ਹੋ ਰਹੀ ਹੈ। ਤੇ ਫਿਰ ਉਹਨੇ ਇਹ ਸੋਚਿਆ ਕਿ ਜੇ ਇਹ ਗੱਲ ਹੈਗੀ ਹੈ ਤੇ ਮੈਂ ਆਪਣੇ ਅੰਦਰ ਦੀਆਂ ਤਾਕਤਾਂ ਜਗਾ ਕੇ ਤੇ ਸਾਰੇ ਜਹਾਨ ਨੂੰ ਕੰਟਰੋਲ ਕਰ ਸਕਦਾ ਜੇ ਸਾਰੀ ਮੇਰੇ ਅਸੂਲ ਤੇ ਚੱਲ ਰਹੇ ਨੇ। ਤੇ ਇਹ ਜਿਹੜਾ ਕੰਮ ਸੀ ਇਹ ਪਹਿਲੇ ਸ਼ੁਰੂ 'ਚ ਇਹ ਜ਼ਰਾਅਤ ਜਦੋਂ ਆਈ ਨਾ, ਐਗਰੀਕਲਚਰ ਜਦੋਂ ਸ਼ੁਰੂ ਹੋਇਆ ਤੇ ਉਦੋਂ ਉਸ ਜ਼ਮਾਨੇ 'ਚ ਫਲਸਫਾ ਜੰਮਿਆ ਸੀ। ਲੇਕਿਨ ਜਿਹੜਾ ਐਗਰੀਕਲਚਰ ਸੀ ਉਹ ਚੂੰਕਿ ਔਰਤਾਂ ਨੇ ਇਜਾਦ ਕੀਤਾ ਸੀ, ਉਹ ਔਰਤਾਂ ਦੀ ਇਨਵੈਂਸ਼ਨ ਸੀ, ਇਸ ਵਾਸਤੇ ਤੰਤਰਵਾਦ ਦੇ ਜਿਹੜੀਆਂ ਮੁੱਢਲੇ ਫਲਸਫੇ ਔਰ ਮੁੱਢਲੇ ਮੰਤਰ ਜਿਹੜੇ ਨੇ ਉਹ ਵੀ ਔਰਤਾਂ ਹੀ ਨਹੀਂ ਲਿਖੇ, ਔਰ ਔਰਤਾਂ ਹੀ ਜਿਹੜੀਆਂ ਸਨ ਉਹ ਰਿਲੀਜੀਅਸ ਲੀਡਰ ਸਨ। ਤੇ ਹੁਣ ਵੀ ਇਹ ਹੈ ਕਿ ਹੁਣ ਵੀ ਬਣੀ ਨਹੀਂ, ਉਸ ਤੋਂ ਬਾਅਦ ਵੀ ਜਿਹੜਾ ਯੋਗ ਹੈ, ਤੁਹਾਨੂੰ ਮੈਂ ਦੱਸਿਆ ਸੀ ਕਿ ਯੋਗ ਦੇ ਵਿੱਚ ਜਿਹੜਾ ਪਹਿਲਾ ਪ੍ਰਿੰਸੀਪਲ ਹੈ, ਉਹ ਜਿਹੜਾ ਪਹਿਲੀ ਕੰਡੀਸ਼ਨ ਹੈ ਉਹ ਹੈਗੀ ਹੈ ਕਿ ਤੁਸੀਂ ਆਪਣੇ ਅੰਦਰ ਔਰਤ ਨੂੰ ਜਗਾਓ, ਜਿਹਨੂੰ ਵੂਮਨ ਪ੍ਰਿੰਸੀਪਲ ਕਹਿੰਦੇ ਨੇ। ਔਰ ਉਸੇ ਵਜ੍ਹਾ ਤੋਂ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਜਿਹੜੇ ਪੰਜਾਬੀ ਦੇ ਸਾਰੇ ਵੱਡੇ ਸ਼ਾਇਰ ਨੇ ਉਹ ਆਪਣੇ ਆਪ ਨੂੰ ਫੀਮੇਲ ਦੇ ਤੌਰ ਤੇ ਆਪਣੇ ਆਪ ਨੂੰ ਬੋਲਦੇ ਨੇ। ਸ਼ਾਹ ਹੁਸੈਨ ਖਾਸ ਤੌਰ ਤੇ, ਬੁੱਲੇ ਸ਼ਾਹ ਵੀ ਉਸੇ ਕੈਟੇਗਰੀ ਵਿੱਚ ਆਉਂਦੇ ਨੇ, ਬਾਕੀ ਸ਼ਾਇਰ ਵੀ ਜਿਹੜੇ ਨੇ ਉਸ ਕੈਟੇਗਰੀ ਦੇ ਵਿੱਚ ਆਉਂਦੇ ਨੇ। ਤੇ ਇਹ ਹੁਣ ਵੇਖੋ, ਮੈਂ ਤੁਹਾਨੂੰ ਉਹ ਜਿਹੜੀ ਇਹ ਫਲਸਫਾ ਸੀ ਤੰਤਰਵਾਦ ਦਾ ਉਸ ਵੇਲੇ ਔਰ ਫਿਰ ਬਾਅਦ ਚ ਯੋਗ ਦਾ ਹੋਇਆ ਕਿ ਅਸੀਂ ਅੰਦਰ ਦੀਆਂ ਤਾਕਤਾਂ ਨੂੰ ਜਗਾ ਕੇ ਤੇ ਅਸੀਂ ਜਹਾਨ ਨੂੰ ਕੰਟਰੋਲ ਕਰ ਸਕਦੇ ਹਾਂ। ਇਹ ਤੁਸੀਂ, ਔਰ ਇਹ ਔਰਤਾਂ ਤੋਂ ਸ਼ੁਰੂ ਹੋਇਆ ਸੀ। ਇਹਦੇ ਉੱਤੇ ਦੇਖੋ ਤੁਸੀਂ, ਬੁੱਲੇ ਸ਼ਾਹ ਦੀ ਇੱਕ ਕਾਫੀ ਹੈ, ਬੜੀ ਦਿਲਚਸਪ ਕਾਫੀ ਹੈ। ਇੱਕ ਟੂਣਾ ਅਚੰਭਾ ਗਾਵਾਂਗੀ, ਯਾਨੀ ਜਾਦੂ ਦਾ ਗੀਤ ਗਾਵਾਂਗੀ। ਇੱਕ ਟੂਣਾ ਅਚੰਭਾ ਗਾਵਾਂਗੀ, ਨੀ ਪਿਆਰਾ ਯਾਰ ਮਨਾਵਾਂਗੀ। ਇਸ ਟੂਣੇ ਨੂੰ ਪੜ ਫੂਕਾਂਗੀ, ਯਾਨੀ ਇਹ ਟੂਣਾ ਜਿਹੜਾ ਜਾਦੂ ਦਾ ਮੰਤਰ ਜਿਹੜਾ ਹੈ ਪੜ ਕੇ ਫੂਕਾਂਗੀ। ਸੂਰਜ ਅਗਨ ਜਲਾਵਾਂਗੀ ਤੇ ਮੈਂ ਸੂਰਜ ਦੇ ਵਿੱਚ ਅੱਗ ਲਾ ਦਿਆਂਗੀ। ਅੱਖੀਆਂ ਕਾਜਲ ਕਾਲੇ ਬਾਦਲ ਭਵਾਂ ਸੇ ਆਗ ਲਗਾਉਂਗੀ। ਅੱਖੀਆਂ ਕਾਜਲ ਕਾਲੇ, ਮੇਰੀਆਂ ਜਿਹੜੀਆਂ ਅੱਖੀਆਂ ਦੇ ਪਰਵਟੇ ਨੇ ਉਹ ਕਾਲੇ ਬੱਦਲ ਨੇ, ਮੈਂ ਵੱਟਿਆਂ ਦੇ ਨਾਲ ਅੱਗ ਲਾ ਦਿਆਂਗੀ। 7 ਸਮੁੰਦਰ ਦਿਲ ਦੇ ਅੰਦਰ, ਦਿਲ ਸੇ ਲਹਿਰ ਉਠਾਵਾਂਗੀ। ਦਿਲ ਦੇ ਅੰਦਰ 7 ਸਮੁੰਦਰ ਨੇ ਔਰ ਮੈਂ ਉਥੋਂ ਲਹਿਰ ਨੂੰ ਚੁੱਕਾਂਗੀ। ਬਿਜਲੀ ਹੋकर ਚਮਕ ਜਲਾਵਾਂ, ਬਾਦਲ ਘਰ ਘਰ ਜਾਵਾਂਗੀ। ਇਸ਼ਕ ਅੰਗੀਠੀ ਹਰਮਲ ਤਾਰੇ, ਸੂਰਜ ਅਗਨ ਚੜਾਵਾਂਗੀ। ਮੈਂ ਚੜਾਵਾਂਗੀ ਸੂਰਜ ਦੇ ਉੱਤੇ ਅੱਗ ਦਾ। ਨਾ ਮੈਂ ਵਿਆਹੀ ਨਾ ਮੈਂ ਕੁਆਰੀ, ਬੇਟਾ ਗੋਦ ਖਿਲਾਵਾਂਗੀ।
मैं ना कुंवारी हाँ ना विआही हाँ, लेकिन बेटा भी गोद खिडाउणा है। ला मकान दी बेड़ी बह के बुल्ला नाद वजावांगी। मैं वो जिहड़ा वाइड है, जिहड़ा एम्प्टीनेस है, ਉਹਦੇ ਵਿੱਚ ਬਹਿ ਕੇ ਨਾਲ ਵਜਾਉਣਾ ਹੈ। ਲਾ ਮਕਾਨ ਜਿੱਥੇ ਜਿਹਦੇ ਉੱਤੇ ਮਕਾਨਾਂ ਦੀ ਨਹੀਂ ਰਹਿੰਦੀ। ਅੱਛਾ, ਇਸੇ ਜਿਹੜੀ ਇਹ ਸਾਰੀ ਹੈਗੀ ਹੈ, ਇਹਨੂੰ ਤੁਸੀਂ ਅਗਰ ਦੇਖੋ ਕਿ ਇਹ ਤੇ ਬੁੱਲੇ ਸ਼ਾਹ ਤੇ ਖੈਰ ਬਿਲਕੁਲ ਆਪਣੇ ਆਪ ਨੂੰ ਜਿਹੜੀ ਯੋਗ ਦੀ ਔਰ ਤੰਤਰਵਾਦ ਦੀ ਔਰਤ ਦੇ ਤੌਰ ਦੇ ਉੱਤੇ ਲਿਆ ਰਹੇ ਨੇ। ਲੇਕਿਨ ਇਸੇ ਗੱਲ ਨੂੰ ਜਿਹੜਾ ਗਾਲਬ ਹੈ ਉਹਨੇ ਵੀ ਕਿਸੇ ਉਹਨੇ ਵੀ ਉਸ ਨੂੰ ਇੱਕ ਹੋਰ ਰੰਗ ਦੇ ਵਿੱਚ ਕਿਹਾ ਹੈ, ਲੇਕਿਨ ਮਤਲਬ ਉਹਨਾਂ ਦੇ ਉਹਦਾ ਵੀ ਇਹੋ ਹੀ ਹੈ। ਅੱਛਾ, ਮਿਸਾਲ ਦੇ ਤੌਰ ਤੇ ਉਹਦੇ ਸ਼ੇਰ ਨੇ, बाजीचा अतफाल है दुनिया मेरे आगे, होता है शुबो रोज तमाशा मेरे आगे। बाजीचा अतफाल ਨਿਆਣਿਆਂ ਦਾ ਇੱਕ ਨਿਆਣਿਆਂ ਦਾ ਇੱਕ ਗਰੋਹ ਹੈ। ਦੁਨੀਆ ਮੇਰੇ ਅੱਗੇ, ਦੁਨੀਆ ਜਿਹੜੀ ਆ ਉਹ ਮੇਰੇ ਅੱਗੇ ਮੈਨੂੰ ਇੰਝ ਨਜ਼ਰ ਆਉਂਦੀ ਹੈ ਜਿਵੇਂ ਨਿਆਣਿਆਂ ਦੀ ਇੱਕ ਸੱਥ ਹੋਵੇ। होता है शुबो रोज तमाशा मेरे आगे, दिन रात मेरे आले दुआले जो हो रहा है एक तमाशा है। मतलब ठीक एक खेल है और रंगे सलेमा मेरे नजदीक, एक बात है एजाज मसीहा मेरे आगे। सलमान, हजरत सलमान ਜਿਹੜੇ ਨੇ ਉਹਨਾਂ ਦੀ ਉਹ ਕਹਿ ਰਹੇ ਨੇ ਕਿ ਉਹਨਾਂ ਦਾ ਜਿਹੜਾ ਬਹੁਤ ਸ਼ੋਹਰਤ ਹੈ ਉਹ ਇੱਕ ਮਾਮੂਲੀ ਰੰਗ ਹੈ ਮੇਰੇ ਲਈ। ਤੇ ਇਸੇ ਤਰ੍ਹਾਂ ਜਿਹੜੀ ਜੀਸਸ ਨੂੰ ਕਹਿੰਦੇ ਨੇ ਕਿ ਉਹ ਮਰਿਆਂ ਬੰਦਿਆਂ ਨੂੰ ਜ਼ਿੰਦਾ ਕਰ ਦਿੰਦੇ ਸਨ, ਤੇ ਉਹ ਕਹਿੰਦੇ ਨੇ ਇੱਕ ਬਾਤ ਹੈ ਇਜਾਜ਼, ਇਜਾਜ਼ ਦਾ ਮਤਲਬ ਹੁੰਦਾ ਹੈ ਮਿਰੇਕਲ। ਇੱਕ ਬਾਤ ਹੈ ਇਜਾਜ਼ ਮਸੀਹਾ ਮੇਰੇ ਆ ਗਏ, ਕਿ ਮਸੀਹਾ ਜਾਂ ਜੀਸਸ ਦੀ ਜਿਹੜੀ ਮਿਰੇਕਲ ਕਰਨ ਦੀ ਜਿਹੜੀ ਮਸ਼ਹੂਰੀ ਹੈ ਉਹ ਇੱਕ ਬਹੁਤ ਮਾਮੂਲੀ ਗੱਲ ਹੈ ਮੇਰੇ ਸਾਹਮਣੇ। ਅਗਲਾ ਸ਼ੇਰ ਤੁਸੀਂ ਸੁਣੋ। जुज नाम नहीं सूरत आलम मुझे मंजूर, जुज बहम नहीं हस्ती एशिया मेरे आगे। चलो खैर ये वही गल है। होता है यहाँ गर्द में सहरा मेरे होते, घिसता है जबी खाक पे दरिया मेरे आगे। दरिया जड़ा है वो मेरे सामने सजदे करता है मैनू। मतलब ये है कि पूरी जी कायनात है ਉਹ ਆਪਣਾ ਜਿਹੜਾ ਹੈ ਉਹਨੂੰ ਉਹ ਮੰਨਦੇ ਨੇ। ਅੱਛਾ, ਹੁਣ ਤੁਸੀਂ ਦੂਜੀ ਗੱਲ ਇਹ ਦੇਖੋ, ਇਹਨਾਂ ਸਾਰਿਆਂ ਫਲਸਫਿਆਂ ਦੇ ਵਿੱਚ ਜਿਹੜੇ ਮਾਦੀ ਫਲਸਫੇ ਸਨ, ਇਹਨਾਂ ਸਾਰਿਆਂ ਦੇ ਵਿੱਚ ਕਿਉਂਕਿ ਜਿਸਮ ਨੂੰ ਮੰਨਿਆ ਜਾਂਦਾ ਸੀ, ਤਨ ਨੂੰ ਮੰਨਿਆ ਜਾਂਦਾ ਸੀ ਬੇਸ, ਇਸ ਲਈ ਤਨ ਨੂੰ ਜਿਹੜਾ ਹੈ ਉਹ ਇੱਕ ਖਾਸ ਹਾਲਤ ਵਿੱਚ ਲਿਆਉਣ ਲਈ, ਯਾਨੀ ਉਹ ਨੂੰ ਆਪਣੀ ਇੰਟਿਊਸ਼ਨ ਨੂੰ ਤੇਜ਼ ਕਰਨ ਲਈ ਉਹ ਨਸ਼ੇ ਦਾ ਜਿਹੜਾ ਹੈ ਉਹ ਨਸ਼ੇ ਦਾ ਇਸਤੇਮਾਲ ਸਾਰੇ ਮਜ਼ਹਬਾਂ 'ਚ ਸੀ। ਮਿਸਾਲ ਦੇ ਤੌਰ ਦੇ ਉੱਤੇ ਜ਼ਰਤੁਸ਼ ਜਿਹੜਾ ਹੈ ਉਹਦੀ ਜਿਹੜੀ ਅਵਸਥਾ ਹੈ ਮਜ਼ਹਬੀ, ਉਹਦੀਆਂ ਵੀ ਜਿਹੜੀਆਂ ਰਿਚੁਅਲਸ ਨੇ ਉਹਨਾਂ ਵਿੱਚ ਸ਼ਰਾਬ ਬਹੁਤ ਬੁਨਿਆਦੀ ਸੀ। ਇਸੇ ਤਰ੍ਹਾਂ ਜਿਹੜੇ ਆਪਣਾ ਹਿੰਦੂਇਜ਼ਮ ਦੇ ਵਿੱਚ ਵੀ ਜਿਹੜੀ ਏਰੀਅਨਸ ਦੇ ਵਿੱਚ ਜਿਹੜੀ ਸੋਮਾ, ਉਹ ਵੀ ਕੋਈ ਭੰਗ ਕਿਸਮ ਦੀ ਚੀਜ਼ ਸੀਗੀ। ਸੋਮਾ ਜਿਹੜੀ ਹੈ ਉਹਨੂੰ ਪੀਤਾ ਜਾਣਾ ਜਾਂ ਉਹਨੂੰ ਕਰਨਾ ਜਿਹੜਾ ਉਹ ਜ਼ਰੂਰੀ ਸੀ। ਅੱਛਾ, ਇਸ ਤਰ੍ਹਾਂ ਤੁਸੀਂ ਦੇਖੋ ਕਿ ਜਿਹੜਾ ਹਾਫਿਜ਼ ਹੈ, ਬਹੁਤ ਸਭ ਤੋਂ ਵੱਡਾ ਸ਼ਾਇਰ ਫਾਰਸੀ ਦਾ ਹਾਫਿਜ਼ ਏਡਾ ਵੱਡਾ ਸ਼ਾਇਰ ਹੈ ਕਿ ਈਵਨ ਗੋਇਟੇ ਵੀ ਉਹਨੂੰ ਆਪਣਾ ਪੀਰ ਮੰਨਦਾ ਸੀ ਔਰ ਉਹ ਕਹਿੰਦਾ ਸੀ ਕਿ ਉਹਦੇ ਨਾਲ ਵੱਡਾ ਸ਼ਾਇਰ ਕੋਈ ਨਹੀਂ ਹੈਗਾ। ਜਿਹੜਾ ਸਾਡੇ ਹਾਂ ਉਰਦੂ ਸ਼ਾਇਰੀ ਦੇ ਵਿੱਚ ਜਿਹੜੇ ਡੂੰਘੇ ਖਿਆਲ ਆਏ ਨੇ ਬਹੁਤ ਸਾਰੇ, ਉਹ ਹਾਫਿਜ਼ ਕੋਲੋਂ ਆਏ ਨੇ।
अच्छा हुण ਇਹ ਮੈਂ ਤੁਹਾਨੂੰ ਆਪਣਾ ਪਹਿਲੇ ਸ਼ੇਰ ਪੜ੍ਹ ਦੇਣਾ ਤੇ ਫਿਰ ਉਹਨਾਂ ਦੇ ਮੈਂ ਤੁਹਾਨੂੰ ਤਰਜਮਾ ਪੜ੍ਹ ਦਿਆਂਗਾ। ਬਿਆਤਾ ਗੁਲ ਬਰਫ ਸ਼ਾਨੇਮ दमे दर सागर अंदाजेम फलकरा सकफ बशगाफेम बतरी नौ दर अंदाजेम अगर गम लश्कर अंगेजद के खूने आशका रेजद मनो साकिब हम ताजेम बुनियादश बरंदाजेम। ਇਹਦਾ ਮਤਲਬ ਮੈਂ ਹੁਣ ਤੁਹਾਨੂੰ ਤਰਜਮਾ ਪੜ੍ਹ ਦਿੰਦਾ। कहता है कि हाफिज कहता है कि फुल पत्तियां ते जाम भरिए शराब नाल, फुल पत्तियां विछाइए ते शराब दा जिहड़ा जाम है उन्नू भर लईए ते फिर की करिए, फिर आसमान दी छत पाड़ के फिर उसनू सीवीए। आसमान दी छत नू पाड़ के एक बारी ते उन्होंने फिर तो उन्होंने नवा करिए, फिर तो उन्होंने नवा बनाइया। ते जेकर गम दे वैरी मतलब जे जेड़े वो लोग जेड़े कि आशकां नू कोंदे पे ने, यानी आशकां नू मारदे पे ने या ਉਹਨਾਂ ਨੂੰ ਰਲ ਮਿਲ ਕੇ ਮੈਂ ਤੇ ਸਾਕੀ ਜਿਹੜਾ ਸ਼ਰਾਬ ਵੰਡਣ ਵਾਲਾ, ਮੈਂ ਤੇ ਡਾਕਟਰ ਸਾਹਿਬ ਜੀ ਉਹ ਤੁਹਾਡੀ ਕੱਲ ਵਾਲਾ ਕੰਮ ਹੋ ਰਿਹਾ, ਆਵਾਜ਼ ਕੱਟ ਰਹੀ ਹੈ ਵਿੱਚ ਦੀ ਵੀ ਉਹ ਕਰਕੇ ਦੇਖੋ ਜਿਹੜਾ ਕੱਲ ਕੀਤਾ ਸੀ, ਉਹ ਕਰਕੇ ਦੇਖ ਲੈਣੇ ਆ। ਹਾਂ ਆਵਾਜ਼ ਕੁਝ ਮਿੰਟ ਬਾਅਦ ਕੱਟ ਜਾਂਦੀ ਹੈ, ਡਿਸਕਨੈਕਟ ਹੋ ਜਾਂਦੀ ਹੈ। ਹੁਣ ਮੈਂ ਉਹਨੂੰ ਬੰਦ ਕਰ ਦਿੱਤਾ ਹੈ ਕੈਮਰੇ ਨੂੰ ਤੇ ਹਾਂ ਉਹ ਕੱਲ ਹਾਂ ਅੱਛਾ। ਤੇ ਇਹਦੇ ਵਿੱਚ ਤੁਸੀਂ ਵੇਖੋ ਕਿ ਹਾਫਿਜ਼ ਜਿਹੜਾ ਹੈ ਉਹ ਅਸਮਾਨ ਦੀ ਛੱਤ ਨੂੰ ਪਾੜ ਕੇ ਨਵਾਂ ਅਸਮਾਨ ਦਾ ਗੱਲ ਕਰ ਰਿਹਾ ਹੈ। ਇਸ ਵਾਸਤੇ ਇਹ ਜਿਹੜੇ ਵਾਜ਼ਤੁਲ ਵਜੂਦੀ ਨੇ ਇਹ ਸਾਰੇ ਜਿਹੜੇ ਨੇ ਇਹਨਾਂ ਦਾ ਬੇਸਿਕਲੀ ਇੱਕ ਜਿਹਾ ਹੀ ਹੈ ਕਿ ਮਸਲਨ ਨਸ਼ਾ ਜਿਹੜਾ ਹੈ ਉਹ ਆਪਣੇ ਆਪ ਨੂੰ ਉਸ ਹਾਲਤ ਵਿੱਚ ਲਿਆਉਣ ਲਈ ਜ਼ਰੂਰੀ ਮੰਨਿਆ ਜਾਂਦਾ ਸੀ ਜਾਂ ਮੰਨਿਆ ਜਾਂਦਾ ਹੈ। ਅੱਛਾ ਮਿਸਾਲ ਦੇ ਤੌਰ ਤੇ ਗਾਲਿਬ ਕਹਿੰਦਾ ਹੈ, ਗਾਲਿਬ ਦਾ ਇੱਕ ਬਹੁਤ ਮਸ਼ਹੂਰ ਸ਼ੇਰ ਹੈ, ਤੁਸੀਂ ਵੀ ਸੁਣਿਆ ਹੋਵੇਗਾ, मैं से निशात है गरज किस रूह स्याह को एक बूना बेखुदी मुझे दिन रात चाहिए। यानी शराब तो मजा लेना कौन मैं शराब तो मजे नहीं ले रहा। मैं से निशात का मतलब है प्लेजर, कि शराब तो मैं का मतलब होता शराब तो प्लेयर लैन का केस काले मूंह वाले किहड़ा काले मूंह वाला चाहुंदा है। यानी मैं वो काले मूंह वाला नहीं हैगा जिहड़ा कि शराब जिहड़ा है उहदे तो प्लेयर लभ रहा है। एक गुना बेखुदी, एक खास तरह की बेखुदी यानी मस्ती जिहड़ी है वो मैनू दिन रात चाहिदी है, और उस मस्ती लई मैं जिहड़ा है वो शराब पीना है। ये इहदा मतलब हैगा। अच्छा फिर अपना मीर मेहदी मजरूह उन्होंने दे एक दोस्त सन बहुत, ते उन्होंने एक खत लिखिया, ते उस खत विच ये फरमाउंदे ने गालिब साहब, मीर मेहदी सुबह का वक्त है, जाड़ा खूब पड़ रहा है, यानी सर्दियां ने, अंगीठी सामने रखी हुई है, 2 हर्फ लिखता हूं, हाथ तापता जाता हूं, आग में वो गर्मी सही, यानी आग में गर्मी से हैगी है, आग में वो गर्मी सही मगर वो आतिशे सयाल कहाँ, यानी जेड़ी लिक्विड हीट है वो किसे ਇਹਦੇ ਵਿੱਚ ਹੈਗੀ ਹੈ ਇਸ ਅੱਗ ਦੇ ਵਿੱਚ, कि 2 जुर्रे पी लिए, यानी 2 जाम शराब से पी लेते, फौरन रगो पै में दौड़ गई। दो जो पैग पी ले ते वो सारे जिस्म दे विच वो दौड़ गई। दिल तवाना हो गया, यानी दिल ताकतवर हो गया।
दिमाग रोशन हो गया, यानी दिमाग जड़ा वो चमकन लग गया। साकिए कौसर का बंदा और तृष्णा लब, हुए गजब हाय गजब। मतलब ये मतलब ये है कि जो मैनू ना मेरे ते बड़ी गजब की गल है ना। फिर ਜਿਹੜੀ ਮੁਗਾਲਬ ਨੇ ਜਿਹੜੀ ਦਸਤੰਬੋ ਉਹਦੀ ਇੱਕ ਕਿਤਾਬ ਹੈ। ਦਸਤੰਬੋ ਉਹ ਡਾਇਰੀ ਹੈ ਜਿਹਦੇ ਵਿੱਚ ਗਾਲਬ ਨੇ 1857 ਦੀ ਜਿਹੜੇ ਹੰਗਾਮੇ ਸਨ ਦਿੱਲੀ 'ਚ ਔਰ ਯੂਪੀ ਦੇ ਵਿੱਚ ਹੋਏ, ਉਹਨਾਂ ਦੇ ਬਾਰੇ 'ਚ ਜੋ ਡਾਇਰੀ ਲਿਖੀ ਹੈ ਉਸ ਦਾ ਨਾਮ ਹੈ ਦਸਤੰਬੋ। ਤੇ ਦਸਤੰਬੋ ਦੇ ਵਿੱਚ ਕਹਿੰਦੇ ਨੇ, सच बात का छुपाना आजादों का काम नहीं है। आजाद बंदियां ਨੂੰ ਚਾਹੀਦਾ ਹੈ ਕਿ ਉਹ ਸੱਚ ਨੂੰ ਨਾ ਲੁਕਾਉਣ। मैं आधा मुसलमान, मैं तो अद्धा मुसलमान है कि जिस तरह कैदे केशु मिल्लत से आजाद हूं, मतलब जिवें मैं मजहब दियां और कौम दियां रिचुअल तो आजाद हैं, फ्री हैं, इसी तरह बदनामी और रसवाई के डर से भी बेनियाज। उसी तरह मैं अपनी जड़ी मेरी बदनामी कर सकते हैं, मैं ओदी भी परवाह नहीं करता। हमेशा से रात में सिर्फ वलायती शराब पीने की आदत है। वलायती शराब नहीं मिलती थी तो नींद नहीं आती थी। आजकल जबकि अंग्रेजी शराब शहर में बहुत महंगी है और मैं बिल्कुल मुफलिस हूँ, यानी मैं बिल्कुल पैनीलेस हो गया है, अगर जवान मर्द खुदा दोस्त खुदा शनास दरिया दिल महेश दास, कोई महेश दास होएगा ना उन्होंने कोई मरीज, महेश इस देसी शराब कंद जो रंग में वलायती शराब के बराबर और बोमन से बढ़कर है, आशिक दिल को सर्द ना करते तो मैं जिंदा नहीं रहता। मतलब वो जी देसी शराब लिया के दे रहे ने अपना महेश साहब, अगर वो ना लिया के देंदे ते मैं ते मर जाना सीगा। अच्छा, मेरे अरसे से दिल चाहता था कि किसी तरह मेरी आरज़ू पूरी हो जाए, यानी मेरी ख्वाहिश पूरी हो जाए, शराब के एक दो सागर मिल जाए, शराब के एक दो प्याले एक दो जाम मिल जान। दानिशमंद मुहेश दास ने मुझको आबे हयात बख्श दिया, यानी मुहेश जरा के बहुत एनलाइटेंड है, दानिशमंद है, अकल वाला है, उनने मैनू इटरनल वाटर लिया देता है जिसको सिकंदर ने अपने लिए ढूंढा था। यानी जिमें सिकंदर इटरनल वाटर लभ रहा सी ते मुहेश दास ने मैनू इटरनल वाटर लिया के पिला दिता। अच्छा, इसी तरह तुसी देखो कि इस सिलसिले विच जिहड़ी शराब है मिसाल के तौर के उत्ते जिहड़े पंजाबी दे बहुत पहले और बड़े शायर सन वो शाह हुसैन सन। ते शाह हुसैन दा ते ये शर्त सी जिहड़ा उन्हां दा मरीज बनना हुंदा सी ते ओहदे लई शर्त ये हैगी सी कि तू मेरे नाल बह के ठूठी पी। ठूठी दा मतलब है शराब दा प्याला। ठूठी पी। गोयटे दी गालब ਜਿਹੜਾ ਗੋਇਟੇ ਸੀ ਉਹ ਵੀ ਗਾਲਬ ਦੀ ਤਰ੍ਹਾਂ ਹੀ ਸ਼ਰਾਬ ਪੀਂਦਾ ਸੀ ਤੇ ਕਹਿੰਦੇ ਸਨ, ਗੋਇਟੇ ਵੀ ਕਹਿੰਦਾ ਸੀ ਕਿ ਮੈਨੂੰ ਆਪਣੇ ਆਪ ਵਿੱਚ ਰਹਿਣ ਲਈ ਸ਼ਰਾਬ ਜ਼ਰੂਰੀ ਹੈ। ਇਸੇ ਰੀਤ ਵਿੱਚ ਗੋਇਟੇ ਦੀ ਇਹ ਨਜ਼ਮ ਵੇਖੋ, ਜਦ ਅੰਗੂਰੀ ਬੱਲਾਂ ਫੁੱਲੀਆਂ ਮਟਕਾ ਭਰਿਆ ਫੇਰ ਸ਼ਰਾਬਾਂ, ਜਦੋਂ ਗੁਲਾਬ ਦੀ ਟਹਿਕਣ ਕਿੱਥੋਂ ਫੁੱਲਾਂ ਭਾਰ ਅੰਦਰ ਦਾ, ਸੜਦੇ ਬਲਦੇ ਅਥਰੂ ਵਗਣ ਗੱਲਾਂ ਉੱਤੇ, ਆਪਣੀ ਕਾਰ ਕਰਾਂ ਕੇ ਛੱਡਾਂ ਅਨ ਆਖੀ ਇੱਕ ਤਾਂਗ ਪਈ ਜਰਲਾਵੇ ਅੰਦਰ, ਖੁੱਬਦੀ ਜਾਵੇ ਛਾਤੀ ਅੰਦਰ, ਪਰ ਇਸ ਦਾ ਮੈਨੂੰ ਕਾਰਨ ਦੱਸੇ ਖੁੱਲਮ ਖੁੱਲਾ, ਫੇਰ ਸਵਾਲ ਕਰਾਂ ਮੈਂ ਇਹ ਸਭ ਕਦ ਸੀ, ਐਸੀ ਸੋਹਣ ਸਮੇਂ ਦਾ ਵੇਲਾ,
ਖਿੜੀਆਂ ਡੋਰਸ ਇੱਕ ਫੁੱਲ ਦਾ ਨਾਂ ਹੈ, ਖਿੜੀਆਂ ਡੋਰਸ ਫੁੱਲਾਂ ਮੈਨੂੰ ਭਾਗ ਲਗਾਇਆ। ਇਹ ਮਤਲਬ ਉਹਨੇ ਵੀ ਜਿਹੜਾ ਗੋਇਟੇ ਹੈ ਉਹ ਵੀ ਸ਼ਰਾਬ ਦੇ ਬਾਰੇ ਚ ਇੰਜ ਗੱਲ ਕਰ ਰਿਹਾ ਹੈ। ਅੱਛਾ, ਤੇ ਬਾਰੇ ਸ਼ਾਹ ਤੇ ਖੈਰ ਮਸੀਹ ਚ ਰਹਿੰਦਾ ਸੀ, ਜ਼ਾਹਰ ਗੱਲ ਹੈ ਕਿ ਉਹ ਤੇ ਸ਼ਰਾਬ ਨਹੀਂ ਸੀ ਪੀਂਦਾ, ਕੋਈ ਨਸ਼ਾ ਵੀ ਨਹੀਂ ਸੀ ਕਰਦਾ, ਮਸੀਤ ਦੇ ਵਿੱਚ ਜ਼ਿੰਦਗੀ ਗੁਜ਼ਾਰਦਾ ਸੀ। ਤੇ ਲੇਕਿਨ ਇਹ ਹੈ ਕਿ ਤੁਸੀਂ ਇਹ ਦੇਖੋ ਕਿ ਉਹਦਾ ਜਿਹੜਾ ਮੇਨ ਹੀਰੋ ਹੈ ਰਾਂਝਾ, ਉਹਨੇ ਜਦੋਂ ਜੋਗੀ ਬਣਾਇਆ, ਉਹਨੂੰ ਜਦੋਂ ਉਹਨੇ ਜੋਗੀ ਬਣਾਇਆ ਤੇ ਉਹਨੂੰ तमाम ਨਸ਼ੇ ਜਿਹੜੇ ਨੇ, तमाम ਹਰ ਤਰ੍ਹਾਂ ਦਾ ਨਸ਼ਾ ਜਿਹੜਾ ਹੈ ਉਹਦੇ ਕੋਲ ਕਰਵਾਇਆ ਆਪਣੇ ਹੀਰੋ ਕੋਲੋਂ ਜੋਗੀ ਬਣਨ ਲਈ। ਮਤਲਬ ਇਹ ਹੈ ਕਿ ਵਾਰਿਸ ਸ਼ਾਹ ਵੀ ਜਿਹੜਾ ਹੈ ਆਪ ਤੇ ਨਹੀਂ ਪੀਂਦਾ, ਲੇਕਿਨ ਉਹ ਬੰਦੇ ਦੀ ਯਾਨੀ ਕੰਪਲੀਸ਼ਨ ਲਈ ਉਹਨੂੰ ਜ਼ਰੂਰੀ ਸਮਝਦਾ ਹੈ ਔਰ ਉਹਨੇ ਰਾਂਝੇ ਕੋਲੋਂ ਕਰਵਾਇਆ। ਅੱਛਾ, ਜਿਹੜੇ ਆਪਣਾ ਇਹਦੇ ਜਿਹੜੇ ਵਾਹਦਤੁਲ ਵਜੂਦੀਅਤ ਨੂੰ ਨਹੀਂ ਮੰਨਦੇ, ਉਹਨਾਂ ਨੂੰ ਉਹ ਵਾਹਦਤੁਲ ਵਜੂਦੀਆਂ ਨੂੰ ਅਥੀਸਟ ਕਹਿੰਦੇ ਨੇ, ਦਹਿਰੀਆ ਕਹਿੰਦੇ ਨੇ। ਮਤਲਬ ਇਹ ਬਹੁਤ ਵਾਜ਼ਿਹ ਹੋਣਾ ਚਾਹੀਦਾ। ਇਹਦੇ ਵਿੱਚ ਇੱਕ ਹੋਰ ਬਹੁਤ ਵੱਡੇ ਰਾਈਟਰ ਉਰਦੂ ਦੇ ਹੋਏ ਨੇ, ਸ਼ਿਬਲੀ ਨਗਮਾਨੀ। ਤੁਸੀਂ ਨਾਂ ਸੁਣਿਆ? ਹਾਂਜੀ जी डॉक्टर साहब सुनिया है, बड़े मशहूर शायर ने शिबली नगमानी जी। ਉਹ ਕਹਿੰਦੇ ਨੇ, नहीं सुनिया, ਹਾਂਜੀ नहीं सुनिया डॉक्टर साहब, सॉरी। उर्दू के शायर ने ये भी। हाँ ਇਹ जी, ਸ਼ਾਇਰ ਨਹੀਂ, ਇਹ ਇੰਟੈਲੈਕਚੁਅਲ ਜ਼ਿਆਦਾ ਸਨ, ਇਹ ਕ੍ਰਿਟਿਕ ਸਨ। ਇਹਨਾਂ ਦੇ ਦੇਖੋ ਤੁਸੀਂ, ਇਹ ਲਿਖਦੇ ਨੇ ਵਾਹਦਤੁਲ ਵਜੂਦੀਆਂ ਦੇ ਬਾਰੇ ਵਿੱਚ। हुक्मा में से अहले मादा मटीरियलिस्ट इस बात के कायल हैं कि आलम का बनाने वाला आलम से कोई अलग चीज नहीं, कि यूनिवर्स ਨੂੰ ਕ੍ਰੀਏਟ ਕਰਨ ਵਾਲਾ यूनिवर्स ਤੋਂ ਵੱਖਰਾ ਨਹੀਂ ਹੈਗਾ, ਬਲਕਿ ਅਜ਼ਲ ਸੇ ਇੱਕ ਮਾਦਾ, ਯਾਨੀ ਜਿਹੜਾ ਇਟਰਨਿਟੀ ਤੋਂ ਉਹ ਇੱਕ ਮੈਟਰ। ਇਹ ਕਿਹਦਾ ਕੌਣ ਬੋਲ ਰਿਹਾ ਹੈ? पुलाव ਇਹ ਜੋ ਵੀ ਇਹਨੂੰ ਆਪਣਾ ਮਿਊਟ ਕਰੋ, ਜਿਨ੍ਹਾਂ ਦਾ ਵੀ ਮਾਈਕ ਖੁੱਲਾ ਹੈ, ਕਿਉਂਕਿ ਉਹ ਵਿੱਚ ਡਿਸਟਰਬੈਂਸ ਕਰ ਰਿਹਾ। ਅੱਛਾ, ਹੁਕਮਾਂ ਵਿੱਚ ਸੇ ਅਹਲੇ, ਮੈਂ ਉਹ ਕਰਤਾ ਕਿ ਮਟੀਰੀਅਲਿਸਟ ਜਿਹੜੇ ਨੇ ਉਹ ਸਮਝਦੇ ਨੇ ਕਿ ਇਹ ਪੂਰਾ ਯੂਨੀਵਰਸ ਜਿਹੜਾ ਹੈ ਉਹ ਇਟਰਨਲੀ ਮਟੀਰੀਅਲ ਹੈ, ਔਰ ਉਹ ਇਹ ਮੰਨਦੇ ਨੇ ਇਬਤਦਾ में छोटे छोटे ਜ਼ਰਾਤ ਹੈ, ਯਾਨੀ ਇੱਥੇ ਐਟਮਸ ਥਿਊਰੀ ਸ਼ਿਵਲੀ ਸਾਹਿਬ ਦੇ ਰਹੇ ਨੇ ਕਿ ਉਹ ਇਹ ਮੰਨਦੇ ਨੇ, ਯਾਨੀ ਜਿਹੜੇ ਵਾਹਦਤੁਲ ਵਜੂਦੀ ਨੇ वो ये मानते हैं कि इब्तदा विच छोटे छोटे ज़रात थे जिनको एटम्स कहते हैं। ये अज्जा बाहम मिले और उनके मिलने से ये जड़े एटम्स ने मिले तो इन्हों के नाल ही ज़मीन आसमान सियारे वगैरह वजूद में आए। मतलब जी मटीरियल थ्योरी है उन्होंने लै रहे ने शिबली नगमानी, क्योंकि इन ज़रात में कुव्वत और हरकत भी इन्होंने मूवमेंट भी जी एटम्स है वो भी मौजूद हैगी है। इस वास्ते जी भी कोई तब्दीली आती है ਉਹਦੇ ਵਿੱਚ ਕਿਸੇ ਬਾਹਰ ਦੀ ਤਾਕਤ ਦਾ ਕੋਈ ਹੱਥ ਨਹੀਂ ਹੈਗਾ, ਉਹ ਆਪਣੇ ਅੰਦਰੋਂ ਹੀ ਆਉਂਦੀ ਹੈ। ਇਸ ਤਰ੍ਹਾਂ की वाहदत वजूद यानी वाहदत वजूदियत वाले जड़े ने दहरियों और मादियों का मजहब है, यानी एथीस्ट और मटीरियलिस्टां ਦਾ ਇਹ ਮਜ਼ਹਬ ਹੈ। ਉਹਦੇ ਵਿੱਚ ਯਾਨੀ ਜਿਹੜੇ ਵਾਹਦਤ ਵਜੂਦੀ ਨੇ ਉਹਨਾਂ ਨੂੰ ਵੀ ਰਗੜਦੇ ਨੇ। ਤੇ ਇਹ ਤੁਸੀਂ ਦੇਖੋ ਕਿ ਸ਼ਿਵਲੀ ਨਗਮਾਨੀ ਬਿਲਕੁਲ ਆਪਣਾ ਅਗਰ ਜੇ ਤੁਸੀਂ ਰੀਅਲਿਸਟਿਕਲੀ ਦੇਖੋ ਤੇ ਸ਼ਿਵਲੀ ਨਗਮਾਨੀ ਸਹੀ ਕਹਿੰਦੇ ਨੇ ਕਿ ਬਈ ਇਹ ਜਿਹੜੇ ਦਾਇਰੀਏ ਨੇ
ਯਾਨੀ ਇਹ ਜਿਹੜੇ ਵਾਹਿਦ ਵਜੂਦੀ ਨੇ, ਇਹ ਚੂੰਕਿ ਕਿਸੇ ਰੱਬ ਨੂੰ ਇਸ ਯੂਨੀਵਰਸ ਤੋਂ ਬਾਹਰ ਨਹੀਂ ਮੰਨਦੇ, ਇਹ ਔਰ ਜਿਹੜੀ ਯੂਨੀਵਰਸ ਦੇ ਵਿੱਚ ਜਿਹੜੀ ਮੂਵਮੈਂਟ ਹੈ, ਉਹਨੂੰ ਵੀ ਕੋਈ ਬਾਹਰੋਂ ਕਿਸੇ ਹਸਤੀ ਦੇ ਥਰੂ ਨਹੀਂ ਸਮਝਦੇ। ਇਸ ਵਾਸਤੇ ਇਹ ਗਲਤ ਨੇ ਔਰ ਇਹ ਅਥੀਸਟ ਨੇ। ਅੱਛਾ, ਲੇਕਿਨ ਤੁਸੀਂ ਇਹ ਦੇਖੋ, ਗਾਲਬ ਇਸ ਗੱਲ ਦਾ ਜਵਾਬ ਇੰਜ ਦਿੰਦੇ ਨੇ ਉਹਨਾਂ ਨੂੰ। ਉਹ ਕਿਹਾ ਨਾ ਕਿ ਬਈ ਉਹਨੇ ਬਹਾਦਰ ਜਾਂ ਜ਼ਫਰ ਨੇ, ਤੁਹਾਨੂੰ ਮੈਂ ਸ਼ਾਇਦ ਦੱਸਿਆ ਵੀ ਸੀ, ਇਹ ਪਹਿਲੇ ਆ ਹੋ ਚੁੱਕੀ ਹੈ ਗੱਲ ਕਿ ਤੂੰ ਸ਼ੀਆ ਹੈ ਤੇ ਦਹਿਰੀਆਂ ਹੈ, ਦਹਿਰੀਆਂ ਦਾ ਅਥੀਸਟ ਹੈ। ਤੇ ਉਹ ਗਾਲਬ ਨੇ ਕਿਹਾ ਕਿ ਦਹਿਰੀ ਕਿਉਂ ਕਰ ਹੋ ਜੋ ਕਿ ਹੋਵੇ ਸੂਫੀ। ਜੇ ਕੋਈ ਸੂਫੀ ਹੈ ਤੇ ਉਹ ਦਹਿਰੀਆ ਕਿਵੇਂ ਹੋ ਸਕਦਾ ਹੈ? ਉਹ ਇੱਕ ਨੂੰ ਤਾਂ ਮੰਨਦਾ ਹੈ। ਉਹ ਵਾਦਤ ਦੀ ਸੋਚ ਲਿਖਦੇ ਨੇ, ਇਹ ਸਾਰੇ ਇਨਸਾਨਾਂ ਦੇ ਅੰਦਰ ਜਿਹੜੀ ਵਾਦਤ ਹੈ, ਯੂਨਿਟੀ ਹੈ, ਉਹਦੇ ਬਾਰੇ ਵਿੱਚ ਉਹ ਲਿਖਦੇ ਨੇ, ਭਾਈ कुरान की कसम, तौरात की कसम, ज़बूर की कसम, हनूद के 4 वेद की कसम, यानी 4 वेदां की कसम, दसातीर की कसम, यंद की कसम, औस्ता की कसम, गुरु के ग्रंथ की कसम। मतलब सारे मजहबां दी ਜਿਹੜੇ ਵੱਡੇ ਮਜ਼ਹਬ ਨੇ, ਉਹਨਾਂ ਸਾਰਿਆਂ ਦੀਆਂ ਜਿਹੜੀਆਂ ਮੁੱਢਲੀਆਂ ਪੁਸਤਕਾਂ ਨੇ, ਕਿਤਾਬਾਂ ਨੇ, ਜਿਨ੍ਹਾਂ ਨੂੰ ਉਹ ਮੰਨਦੇ ਨੇ, ਆਪਣੇ ਮਜ਼ਹਬ ਜਿਨ੍ਹਾਂ ਨੂੰ ਫਾਲੋ ਕਰਦੇ ਨੇ, ਤੇ ਉਹ ਕਹਿੰਦੇ ਨੇ ਕਿ ਭਾਈ ਮੈਂ ਤੇ ਉਹਨਾਂ ਸਾਰਿਆਂ ਦੀ ਕਸਮ ਖਾਂ, ਮੈਂ ਸਿਰਫ ਕੁਰਾਨ ਦੀ ਨਹੀਂ ਖਾਂਦਾ, ਮੈਂ ਜਦੋਂ ਖਾਣਾ ਕਸਮ ਤੇ ਮੈਂ ਇਹਨਾਂ ਸਾਰਿਆਂ ਦੀ ਖਾਣਾ। ਯਾਨੀ ਮੇਰੇ ਵਾਸਤੇ ਸਾਰੇ ਮਜ਼ਹਬ ਜਿਹੜੇ ਨੇ ਇਹ ਇੱਕ ਹੀ ਬੁਨਿਆਦੀ ਸ਼ਾਇਦ ਆਜ਼ਾਦ ਨੇ। अच्छा, फिर कहते ने बंदा परवर, मैं तो बनी आदम को मुसलमान या हिंदू या नसरानी अजीज रखता हूँ और अपना भाई गिनता हूँ। भावें कोई ईसाई है या मुसलमान है या हिंदू है या अपना नसरानी है, इन्हां सारियां नूं मैं अपना भरा समझना है, दूसरा माने या ना माने। अगर वो मनन या ना मनन ਉਹਦੇ ਨਾਲ ਮੈਨੂੰ ਕੋਈ ਫਰਕ ਨਹੀਂ ਪੈਂਦਾ, ਮੈਂ ਤੇ ਮੰਨਣਾ ਹੈ। ਅੱਛਾ, ਇਹਦੇ ਵਿੱਚ ਇਹ ਵੀ ਉਹਨਾਂ ਨੇ ਕਿਹਾ, जब जोगी तुम वसूल करोगे बांग कहे चाहे शंख हो जाए। अच्छा जी, ਹੁਣ ਮੇਰਾ ਖਿਆਲ ਹੈ ਕਿ 5-6 ਮਿੰਟ ਦੀ ਬ੍ਰੇਕ ਕਰ ਲਓ ਤੇ ਫਿਰ ਦੁਬਾਰਾ ਆਉਣਾ। ਠੀਕ ਹੈ ਜੀ, 6 ਮਿੰਟ ਦੀ ਬ੍ਰੇਕ। ठीक है जी। ठीक है जी, ठीक है।
ਲਓ ਜੀ ਅਸੀਂ ਫੇਰ ਸ਼ੁਰੂ ਕਰਨੇ ਆ। ਤੇ ਹੁਣ ਇੱਕ ਵਾਰੀ ਫੇਰ ਜਿਹੜਾ ਹੈ ਉਹ ਘਟਤੀ ਮਜ਼ਹਬ ਯਾਨੀ ਆਰਗੇਨਾਈਜ਼ਡ ਰਿਲੀਜਨ ਦੇ ਵਿੱਚ ਇੱਕ ਦਾ ਤਸਵਰ ਜਿਹੜਾ ਹੈ ਉਹ ਕਿਵੇਂ ਬਣਿਆ, ਤੇ ਜਿਹੜਾ ਵਾਧੂਤਲ ਵਜੂਦੀਆਂ ਦਾ ਜਿਵੇਂ ਗਾਲਬ ਸੀ ਉਹਨਾਂ ਦਾ ਇੱਕ ਦਾ ਤਸਵਰ ਕਿਉਂ ਵੱਖ ਸੀਗਾ। ਜਿੱਥੋਂ ਤੱਕ ਤਲਕ ਹੈਗਾ ਨਾ ਆਰਗੇਨਾਈਜ਼ਡ ਰਿਲੀਜਨ ਦਾ, ਉਹਦੇ ਵਿੱਚ ਜਿਹੜੀ ਦੇਵਤਾ, ਭਗਵਾਨ, ਰੱਬ, ਖੁਦਾ, ਗਾਡ ਦੀ ਜਿਹੜੀ ਤਸਵੀਰ ਹੈ ਉਹ ਵੇਲੇ ਵੇਲੇ ਨਾਲ ਤਬਦੀਲ ਹੁੰਦੀ ਰਹੀ ਹੈ। ਮਤਲਬ ਜੋ ਕੁਝ ਜਿਸ ਤਰ੍ਹਾਂ ਦਾ ਸਮਾਜ ਸੀ ਉਸੇ ਨੂੰ ਹੀ ਵੇਖ ਕੇ ਦੂਸਰਾ ਜਹਾਨ ਘੜਿਆ ਜਾਂਦਾ ਸੀ। ਜੇ ਸਮਾਜ ਕਬਾਇਲੀ ਹੈ ਤੇ ਜਿਹੜਾ 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 ਆਪਣਾ ਦੇਵਤਾ ਹੈ ਉਹ ਵੀ ਆਪਣਾ ਉਹ ਵੀ ਬੰਦਿਆਂ ਵਗੈਰਾ ਖਾਸ ਤਰ੍ਹਾਂ ਦੇ ਉਹਦੇ ਵਿੱਚ ਬੰਦਿਆਂ ਵਾਲੀਆਂ ਆਦਤਾਂ ਨੇ। ਮਿਸਾਲ ਦੇ ਤੌਰ ਤੇ ਜਿਹੜੇ ਆਰੀਆ ਨੇ ਉਹ ਜਦੋਂ ਆਪਣਾ ਟ੍ਰਾਈਬਸ ਦੀ ਸ਼ਕਲ ਦੇ ਵਿੱਚ ਰਹਿੰਦੇ ਸਨ, ਆਏ ਸਨ, ਜਦੋਂ ਟ੍ਰਾਈਬ ਦੀ ਸ਼ਕਲ ਵਿੱਚ ਰਹਿੰਦੇ ਸਨ ਤੇ ਉਹਨਾਂ ਦੇ ਵੀ ਕਈ ਦੇਵਤਾ ਸਨ, ਜਿਵੇਂ ਅਗਨੀ, ਇੰਦਰ ਵਗੈਰਾ ਵਗੈਰਾ ਵੇਦਾਂ ਦੇ ਵਿੱਚ ਜਿਨ੍ਹਾਂ ਦਾ ਜ਼ਿਕਰ ਹੁੰਦਾ ਹੈ। ਤੇ ਉਹਨਾਂ ਦੀਆਂ ਜਿਹੜੀ ਉਹਨਾਂ ਦੇ ਨਾਲ ਗੱਲਬਾਤ ਹੁੰਦੀ ਸੀ ਵੇਦਾਂ ਦੇ ਵਿੱਚ ਬੰਦੇ ਦਾ ਉਹਨਾਂ ਨਾਲ ਜਿਹੜਾ ਤਲਕ ਹੈ ਉਹ ਇੰਜੀ ਸੀ ਜਿਵੇਂ ਦੋ ਦੋਸਤਾਂ ਦਾ ਹੁੰਦਾ ਹੈ। ਮਿਸਾਲ ਦੇ ਤੌਰ ਤੇ ਇੰਦਰ ਦੇ ਬਾਰੇ ਜੋ ਕਿਹਾ ਜਾਂਦਾ ਸੀ ਕਿ ਇੰਦਰ ਦੇ ਬਾਰੇ ਜੋ ਜਿਹੜੀ ਹਮਦਾਂ ਲਿਖੀਆਂ ਗਈਆਂ ਹੋਏ ਕਿ ਤੂੰ ਸਾਡਾ ਯਾਰ ਹੈ, ਤੂੰ ਸਾਡੇ ਨਾਲ ਬਹਿ ਕੇ ਸ਼ਰਾਬ ਪੀਣਾ ਹੈ। ਠੀਕ, ਸੋ ਮਤਲਬ ਇਹ ਬਿਲਕੁਲ ਇੱਕ ਖਾਸ ਤਰ੍ਹਾਂ ਦਾ ਪਰਸਨਲ ਤਲਕ ਹੈਗਾ। ਜਿਹੜੇ ਬੰਦਿਆਂ ਦੀਆਂ ਗੁਣ ਨੇ ਉਹੀ ਉਹ ਨੇ। ਫਿਰ ਹੌਲੀ ਹੌਲੀ ਜਦੋਂ ਕਬੀਲੇ ਟੁੱਟ ਕੇ ਤੇ ਪਹਿਲੇ ਛੋਟੀਆਂ ਸਟੇਟਸ ਬਣੀਆਂ ਔਰ ਫਿਰ ਬਹੁਤ ਵੱਡੀਆਂ ਲਾਰਜ ਸਟੇਟਸ ਬਣ ਗਈਆਂ, ਤੇ ਉਹ ਜਦੋਂ ਲਾਰਜ ਸਟੇਟਸ ਬਣ ਗਈਆਂ ਤੇ ਉਹਨਾਂ ਦੇ ਵਿੱਚ ਇੱਕ ਬਾਦਸ਼ਾਹ ਜਿਹੜਾ ਹੈ ਉਹ ਸਾਰੀ ਪਾਪੂਲੇਸ਼ਨ ਜਿਹੜੀ ਹੈ ਉਹਨੂੰ ਕੰਟਰੋਲ ਕਰਨ ਲੱਗ ਪਿਆ। ਹੁਣ ਕਬੀਲਿਆਂ ਦੇ ਸਰਦਾਰ ਨਹੀਂ ਰਹੇ, ਹੁਣ ਬਸ ਇੱਕ ਹੀ ਬਾਦਸ਼ਾਹ ਹੈ। ਤੇ ਉਸ ਵੇਲੇ ਫਿਰ ਜਿਹੜਾ ਉਹਨਾਂ ਨੇ ਮਜ਼ਹਬ ਕ੍ਰੀਏਟ ਕੀਤਾ ਉਹਦੇ ਵਿੱਚ ਇੱਕ ਖੁਦਾ ਦਾ ਤਸਵਰ ਆਇਆ, ਤੇ ਜਿਹੜਾ ਖੁਦਾ ਹੈ ਉਹ ਵੀ ਬਾਦਸ਼ਾਹ ਦੇ ਇੰਸਟੀਟਿਊਸ਼ਨ ਦੇ ਤਰਜ਼ ਤੇ ਘੜਿਆ ਗਿਆ। ਯਾਨੀ ਬਾਦਸ਼ਾਹ ਵੀ ਜਿਹੜਾ ਭਗਵਾਨ ਹੈ ਬਾਦਸ਼ਾਹ ਦੀ ਤਰ੍ਹਾਂ ਉਹ ਦਰਬਾਰ ਲਾਉਂਦਾ ਹੈ, ਉਹਦੇ ਖਾਸ ਫਰਿਸ਼ਤੇ ਹੁੰਦੇ ਨੇ ਜਾਂ ਖਾਸ ਉਹਦੇ ਲੋਕ ਹੁੰਦੇ ਨੇ, ਤੇ ਜਿਹੜੇ ਬੰਦੇ ਨੇ ਆਮ ਜਿਹੜੇ ਖਲਕਤ ਰਹਿੰਦੀ ਹੈ ਜ਼ਮੀਨ ਦੇ ਉੱਤੇ ਉਹਨਾਂ ਦੇ ਨਾਲ ਤਲਕ ਜੋੜਨ ਲਈ ਵਿਚੋਲੇ ਚਾਹੀਦੇ ਨੇ, ਇੰਟਰਮੀਡੀਏਰੀ ਚਾਹੀਦੇ ਨੇ, ਜਿਵੇਂ ਪੋਪ ਹੈ, ਜਿਵੇਂ ਪਾਦਰੀ ਹੈ, ਜਿਵੇਂ ਪੰਡਤ ਹੈ, ਜਿਵੇਂ ਮੁੱਲਾ ਕਾਜ਼ੀ ਹੈ, ਜਿਵੇਂ ਭਾਈ ਹੈ। ਇਹ ਸਾਰੇ ਜਿਹੜੇ ਨੇ ਇਹ ਵਿਚੋਲੇ ਨੇ ਜਿਹੜੇ ਕਿ ਰੱਬ ਨੂੰ ਉਵੇਂ ਹੀ ਰਿਸ਼ਵਤ ਦੇਣ ਦਾ ਜ਼ਰੀਆ ਨੇ ਜਿਵੇਂ ਅਸੀਂ ਜ਼ਿੰਦਗੀ ਦੇ ਵਿੱਚ ਬਾਦਸ਼ਾਹਾਂ ਨੂੰ ਜਿਵੇਂ ਅਤੀਏ ਤੇ ਬਾਕੀ ਚੀਜ਼ਾਂ ਦਿੰਦੇ ਹਾਂ। ਤੇ ਇੱਕ ਤੇ ਇਹ ਹੈ। ਤੇ ਲੇਕਿਨ ਦੂਜੇ ਪਾਸੇ ਜਿਹੜੇ ਵਾਧੂਤਲ ਵਜੂਦੀਏ ਨੇ ਉਹਨਾਂ ਵਿੱਚੋਂ ਮਿਸਾਲ ਤੌਰ ਦੇ ਉੱਤੇ ਬੁੱਲੇ ਸ਼ਾਹ ਜਿਹੜਾ ਹੈ ਉਹ ਕਹਿੰਦਾ ਹੈ ਕਿ ਇਹ ਸਾਰਾ ਭੁਲੇਖਾ ਹੈ, ਤੇ ਉਹਦਾ ਬਹੁਤ ਮਸ਼ਹੂਰ ਸ਼ੇਰ ਹੈ, ਕਿਤੇ ਰਾਮਦਾਸ ਕਿਤੇ ਫਤਿਹ ਮੁਹੰਮਦ ਇਹੋ ਕਦੀਮੀ ਸ਼ੋਰ। ਯਾਨੀ ਬਹੁਤ ਐਂਟੀਕੁਇਟੀ ਤੋਂ ਇਹੋ ਹੀ ਰੌਲਾ ਪੈ ਰਿਹਾ ਹੈ ਕਿ ਉਹ ਬੰਦਾ ਇੱਕ ਹੀ ਹੈ। ਇੱਕ ਥਾਂ ਤੇ ਉਹਦਾ ਨਾਂ ਜਿਹੜਾ ਰਾਮਦਾਸ ਹੈ, ਦੂਜੀ ਜਗ੍ਹਾ ਤੇ ਉਹਦਾ ਨਾਂ ਜਿਹੜਾ ਹੈ ਉਹ ਫਤਿਹ ਮੁਹੰਮਦ ਹੈ। ਬੰਦਾ ਇਹ ਉਹੀ ਹੈ। ਮਿਟ ਗਿਆ ਦੋਹਾਂ ਦਾ ਝਗੜਾ। ਜੇ ਇਹਨਾਂ ਦਾ ਇਹ ਝਗੜਾ ਮੁਕਾ ਦਈਏ ਰਾਮਦਾਸ ਤੇ ਫਤਿਹ ਮੁਹੰਮਦ ਦੇ ਨਾਵਾਂ ਦਾ, ਵਿੱਚੋਂ ਨਿਕਲ ਪਿਆ ਕੋਈ ਹੋਰ, ਤੇ ਫਿਰ ਅਸਲ ਜਿਹੜੀ ਹਕੀਕਤ ਸਾਹਮਣੇ ਆਉਂਦੀ ਹੈ ਉਹ ਹੋਰ ਹੁੰਦੀ ਹੈ। ਯਾਨੀ ਮਤਲਬ ਉਹ ਜਾਂ ਯੂਨੀਵਰਸਲ ਲਾ ਹੈ ਜਿਹੜਾ ਸਾਰੇ ਬੰਦਿਆਂ ਨੂੰ ਇੱਕ ਹੀ ਆਪਣਾ ਧਾਗੇ ਵਿੱਚ ਪਰੋਇਆ, ਜਿੰਨੇ ਪਰੋਇਆ ਹੈ ਉਹ ਹੈ।
ਅੱਛਾ, ਇਹ ਜਿਹੜੇ ਤੁਸੀਂ ਜੇ ਤੁਸੀਂ ਆਰਗੇਨਾਈਜ਼ਡ ਰਿਲੀਜਨ ਦੇ ਕਰੈਕਟਰਿਸਟਿਕਸ ਦੇਖੋ ਤੇ ਉਹ ਪਹਿਲਾ ਇਹ ਕਿ ਰੱਬ ਇੱਕ ਸ਼ਹਿਨशाह ਹੈ ਜਿਹੜਾ ਅਸਮਾਨ ਉੱਤੇ ਆਪਣੇ ਵਜ਼ੀਰਾਂ ਤੇ ਜ਼ਮੀਨ ਉੱਤੇ ਮਜ਼ਹਬੀ ਆਗੂਆਂ ਰਾਹੀਂ ਬਾਦਸ਼ਾਹੀ ਦਾ ਕੰਮ ਚਲਾ ਰਿਹਾ ਹੈ। ਦੂਜਾ, ਦੁਨੀਆ ਵਿੱਚ ਹਰ ਕੰਮ ਉੱਤੇ ਬੈਠੇ ਰੱਬ ਦੀ ਮਰਜ਼ੀ ਨਾਲ ਹੁੰਦਾ ਹੈ। ਉਹ ਹਰ ਸ਼ੈ ਨੂੰ ਪੈਦਾ ਕਰਦਾ ਤੇ ਖਤਮ ਕਰਦਾ ਹੈ। ਜਹਾਨ ਦੇ ਆਪਣੇ ਅੰਦਰ ਕੋਈ ਅਜਿਹਾ ਕਾਨੂੰਨ ਨਹੀਂ ਜਿਸ ਨਾਲ ਇਹ ਚੱਲ ਰਿਹਾ ਹੈ। ਤੀਜਾ, ਰੱਬ ਹੀ ਬੰਦੇ ਨੂੰ ਮਾੜਾ ਤਗੜਾ ਬਣਾਉਂਦਾ ਹੈ, ਬ੍ਰਾਹਮਣ ਜਾਂ ਸ਼ੂਦਰ ਪੈਦਾ ਕਰਦਾ ਹੈ, ਜਿਹਨੂੰ ਅਸੀਂ ਜਨਮਵਾਦ ਕਹਿ ਸਕਦੇ ਹਾਂ। ਨਸਲਾਂ, ਜ਼ਾਤਾਂ ਤੇ ਤਬਕਿਆਂ ਦੇ ਬਣਨ ਵਿੱਚ ਬੰਦੇ ਦਾ ਕੋਈ ਹੱਥ ਨਹੀਂ ਹੈ। ਮਤਲਬ ਇੱਕ ਬੰਦਾ ਕਿਉਂ ਸ਼ੂਦਰ ਹੈ ਔਰ ਇੱਕ ਬੰਦਾ ਬ੍ਰਾਹਮਣ ਕਿਉਂ ਹੈ, ਉਹਦੇ ਚ ਬੰਦੇ ਦਾ ਕੋਈ ਹੱਥ ਨਹੀਂ, ਉਹ ਸਾਰਾ ਭਗਵਾਨ ਦੀ ਮਰਜ਼ੀ ਨਾਲ ਹੋ ਰਿਹਾ ਹੈ। ਇਹ ਆਰਗੇਨਾਈਜ਼ਡ ਰਿਲੀਜਨ ਵਾਲਿਆਂ ਦਾ ਮੰਨਣਾ ਹੈ। ਤੇ ਜੇ ਰੱਬ ਦੇ ਖਿਲਾਫ ਤੁਸੀਂ ਕੁਝ ਕਰੋਗੇ ਤੇ ਉਹ ਬਹੁਤ ਤੁਹਾਡੇ ਉੱਤੇ ਕਹਿਰ ਕਰੇਗਾ, ਤੇ ਤੁਹਾਨੂੰ ਉਹ ਬਹੁਤ ਭੈੜੀ ਸਜ਼ਾ ਦੇਵੇਗਾ। ਇਸ ਵਾਸਤੇ ਉਹਦੇ ਕੋਲ ਡਰੋ ਔਰ ਉਹਦੇ ਗੁੱਸੇ ਤੋਂ ਬਚਣ ਲਈ ਨਿਆਜ਼ਾਂ ਦਿਓ, ਚੜਾਵੇ ਚੜਾਓ। ਤੇ ਫਿਰ ਇਹ ਵੀ ਹੈ ਕਿ ਜਿਹੜਾ ਰੱਬ ਹੈ ਜਾਂ ਭਗਵਾਨ ਹੈ, ਉਹਨੇ ਇਹ ਜਹਾਨ ਮੁਕੰਮਲ ਬਣਾ ਦਿੱਤਾ ਹੈ, ਕੰਪਲੀਟ ਕ੍ਰੀਏਟ ਕਰ ਦਿੱਤਾ ਹੈ। ਹੁਣ ਇਹਦੇ ਵਿੱਚ ਹੋਰ ਹੁਣ ਵਾਧਾ ਘਾਟਾ ਨਹੀਂ ਹੋ ਸਕਦਾ। ਜਦੋਂ ਕਿ ਜਿਹੜੇ ਮਟੀਰੀਅਲਿਸਟ ਜਾਂ ਵਾਦਤੁਲ ਮੌਜੂਦੀ ਨੇ, ਉਹ ਇਹ ਗੱਲ ਉਹਨਾਂ ਨੂੰ ਰੱਦ ਕਰਦੇ ਆ, ਕਹਿੰਦੇ ਨੇ ਕਿ ਸਾਰਾ ਜਹਾਨ ਜਿਹੜਾ ਹੈ ਇਹ ਆਪਣੀ ਹਰ ਵੇਲੇ ਨਵਾਂ ਕ੍ਰੀਏਟ ਹੁੰਦਾ ਰਹਿੰਦਾ, ਨਵਾਂ ਬਣਦਾ ਰਹਿੰਦਾ ਹੈ, ਤੇ ਇਹ ਅਮਲ ਕਦੀ ਰੁਕਦਾ ਨਹੀਂ ਹੈ। ਇਹ ਮਿਸਾਲ ਦੇ ਤੌਰ ਤੇ ਇਸ ਦੇ ਵਿੱਚ ਦੇਖੋ ਤੁਸੀਂ, ਵੈਸੇ ਤੇ ਅਲਾਮਾ ਇਕਬਾਲ ਜਿਹੜਾ ਹੈ ਉਹ ਕੀ ਕਹਿਣਾ ਚਾਹੀਦਾ ਹੈ, ਥੀਸਟਿਕ ਪੋਇਟ ਹੈ, लेकिन वो भी कहता है ये कायनात अभी ना तमाम है साकी, ऐ साकी शराब पिलाउण वाले, ये ਜਿਹੜਾ यूनिवर्स है ये अजे इनकम्पलीट है कि आ रही है दमादम सदाए कुन फयकून। कुन फयकून का मतलब है कि कुन फयकून जो रब ने कहा कि हो जा तो यूनिवर्स बन गया। ਤੇ ਇਕਬਾਲ ਇਹ ਕਹਿ ਰਿਹਾ ਹੈ ਕਿ ਹੁਣ ਵੀ ਹਰ ਵੇਲੇ ਹਰ ਮੂਮੈਂਟ ਦੇ ਉੱਤੇ ਹੋ ਜਾ ਦੀ ਆਵਾਜ਼ ਆ ਰਹੀ ਹੈ, ਕਿ ਜਿਹਦਾ ਮਤਲਬ ਹੈ ਕਿ ਕਾਇਨਾਤ ਜਿਹੜੀ ਹੈ, ਜਿਹੜਾ ਯੂਨੀਵਰਸ ਹੈ, ਉਹ ਨਵੇਂ ਤੋਂ ਨਵਾਂ ਬਣਨ ਦੀ ਸ਼ਕਲਾਂ ਦੇ ਵਿੱਚ ਦੇ ਰਿਹਾ ਹੈ। ਅੱਛਾ, ਗਾਲਿਬ ਜਿਹੜਾ ਹੈ ਉਹ ਇਹ ਗਾਲਬ ਦਾ ਜਿਹੜਾ ਇਹਦੇ ਉੱਤੇ ਪੁਆਇੰਟ ਹੈ ਉਹ ਇਹ ਹੈਗਾ ਕਿ ਇਹ ਜਿਹੜੀਆਂ ਸਾਰੀਆਂ ਮਜ਼ਹਬੀ ਜਾਂ ਰੱਬ ਦੀਆਂ ਸ਼ਕਲਾਂ ਬਣਾਈਆਂ ਨੇ, ਉਹ ਬੰਦੇ ਦੇ ਸਿਰਫ ਆਪਣਾ ਇਮੈਜੀਨੇਸ਼ਨ ਜਿਹੜਾ ਹੈ ਉਹਦੀਆਂ ਹੱਦਾਂ ਨੇ, ਉਹਨਾਂ ਦੇ ਵਿੱਚ ਉਹਨੇ ਬਣਾਈਆਂ ਨੇ। ਮਿਸਾਲ ਦੇ ਤੌਰ ਤੇ ਤੁਸੀਂ ਇਹ ਸ਼ੇਰ ਸੁਣਿਆ ਹੋਣਾ है, मंजर एक बुलंदी पर और हम बना सकते, काश के उधर होता अर्श से मकाम अपना। इन्हें शेर ਨੂੰ ਸਮਝੋ ਕਿ ਅਗਰ ਅਸੀਂ ਉਨੀ ਉੱਚੇ ਹੁੰਦੇ, ਜੇ ਅਸੀਂ ਹੋਰ ਉੱਚੇ ਹੁੰਦੇ ਤੇ ਅਸੀਂ ਹੋਰ ਤਰ੍ਹਾਂ ਦਾ ਮੰਜ਼ਰ ਕ੍ਰੀਏਟ ਕਰ ਲੈਣਾ ਸੀ, ਮਤਲਬ ਖੁਦਾ ਨੂੰ ਅਸੀਂ ਹੋਰ ਤਰ੍ਹਾਂ ਕੋ ਬਣਾ ਲੈਣਾ ਸੀ। ਕਾਸ਼ ਕੇ ਉਧਰ ਹੋਤਾ, ਕਾਸ਼ ਅਫਸੋਸ ਕਿ ਸਾਡਾ ਘਰ ਜਿਹੜਾ ਹੈ ਉਹ ਅਰਸ਼ ਤੋਂ ਉੱਤੇ ਹੁੰਦਾ। ਯਾਨੀ ਹੁਣ ਤੇ ਸਾਡੇ ਜ਼ਿਹਨ ਦੇ ਵਿੱਚ ਹੱਦ ਅਰਸ਼ ਹੈ ਨਾ, ਤੇ ਅਰਸ਼ ਅਸੀਂ ਸਾਡੀ ਇਮੈਜੀਨੇਸ਼ਨ ਦੀ ਹੱਦ ਅਰਸ਼ ਦਾ ਹੋਣਾ ਹੈ, ਉੱਥੇ ਸਾਡੀ ਇਮੈਜੀਨੇਸ਼ਨ ਰੁਕ ਜਾਂਦੀ ਹੈ। ਲੇਕਿਨ ਅਗਰ ਅਸੀਂ ਅਰਸ਼ ਤੋਂ, ਯਾਨੀ ਖੁਦਾ ਦਾ ਦਰਬਾਰ ਜਿਹੜਾ ਹੈ, ਜੇ ਅਸੀਂ ਉਸ ਤੋਂ
ਉੱਤੇ ਹੁੰਦੇ ਤੇ ਅਸੀਂ ਫਿਰ ਕੁਝ ਹੋਰ ਉੱਤੇ ਵਾਲਾ ਬਣਾ ਲੈਣਾ ਸੀ। फिर वो कहते ने क्या फर्ज है कि सबको मिले एक सा जवाब, आओ ना हम भी सैर करें कोह तूर की। कोह तूर ਜਿਹੜਾ ਹੈ, ਤੂਰ ਪਹਾੜ ਜਿਹੜਾ ਹੈ, ਉਹ ਤੁਹਾਨੂੰ ਪਤਾ ਹੋਏਗਾ ਕਿ ਉਹਦੇ ਉੱਤੇ ਹਜ਼ਰਤ ਮੂਸਾ ਜਿਹੜੇ ਨੇ ਉਹ ਆਪਣਾ ਗਏ ਸਨ ਤੇ ਉਹਨਾਂ ਨੇ ਰੱਬ ਨੂੰ ਕਿਹਾ ਸੀ ਕਿ ਤੂੰ ਆਪਣਾ ਜਲਵਾ ਦਿਖਾ ਮੈਨੂੰ, ਤੇ ਰੱਬ ਨੇ ਜਦੋਂ ਆਪਣਾ ਜਲਵਾ ਦਿਖਾਇਆ ਤੇ ਉਹਦੇ ਨਾਲ ਉਹ ਬੇਹੋਸ਼ ਹੋ ਗਏ ਸਨ। ਤੇ ਗਾਲਿਬ ਕਹਿ ਰਹੇ ਨੇ ਕਿ ਕਿਆ ਇਹ ਕੋਈ ਕਿ ਇਨਐਵਿਟੇਬਲ ਹੈ ਕਿ ਹਰ ਇੱਕ ਨੂੰ ਇੱਕੋ ਜਿਹਾ ਜਵਾਬ ਮਿਲੇ ਉਥੋਂ। ਅਸੀਂ ਵੀ ਕੋ ਤੂਰ ਦੀ ਸੈਰ ਕਰਨੇ ਆ, ਦੇਖਦੇ ਆ ਸਾਨੂੰ ਕੀ ਜਵਾਬ ਮਿਲਦਾ ਹੈ। मतलब ये ਤੁਸੀਂ देखो। और मसलन वो एक और शेर है, और बाजार से ले आए अगर टूट गया सागरे जम से मेरा जामे सफाल अच्छा है। यानी मतलब ये है कि ये जरा सागरे जम है, जरा मौत का जरा प्याला है ਉਹਦੇ नहीं बल्कि सागरे जम का मतलब है जादू का। जादू का जमशेद ਨੂੰ ਕਿੰਗ ਜਮਸ਼ੇਦ ਨੂੰ ਪਿਆਲੇ ਦੇ ਵਿੱਚ ਸਾਰੀ ਦੁਨੀਆ ਸਾਰਾ ਜਹਾਨ ਨਜ਼ਰ ਆਉਂਦਾ ਸੀ। ਸਮਝ ਆ ਗਈ ਹੈ। ਉਹ ਜਿਹੜਾ ਜਮਸ਼ੇਦ ਨੇ ਜਮਸ਼ੇਦ ਜਿਹਦੇ ਵਿੱਚ ਪੂਰੀ ਦੁਨੀਆ ਦੇਖ ਲੈਂਦਾ ਸੀ ਪਿਆਲੇ ਦੇ ਵਿੱਚ। ਤੇ ਇੱਥੇ ਗਾਲਿਬ ਇਹ ਕਹਿ ਰਿਹਾ ਹੈ ਕਿ ਉਸ ਜਮਸ਼ੇਦ ਦੇ ਸਾਗਰ ਨਾਲੋਂ ਤੇ ਮੇਰਾ ਮਿੱਟੀ ਦਾ ਜਿਹੜਾ ਬਣਿਆ ਹੋਇਆ ਪਿਆਲਾ ਹੈ ਇਹ ਚੰਗਾ, ਕਿਉਂਕਿ ਇਹ ਟੁੱਟ ਜਾਏਗਾ ਤੇ ਬਾਜ਼ਾਰੋਂ ਹੋਰ ਲੈ ਆਵਾਂਗੇ। ਤੇ ਜਮਸ਼ੀਰ ਦਾ ਜੇ ਪਿਆਲਾ ਇੱਕ ਵਾਰੀ ਟੁੱਟ ਗਿਆ ਤੇ ਉਹਨੇ ਤੇ ਫਿਰ ਨਹੀਂ ਨਾ ਆਉਣਾ। ਅੱਛਾ, ਮੈਂ ਕੁਝ ਸ਼ੇਅਰ ਜਿਹੜੇ ਨੇ ਨਾ ਉਹ ਕੋਟ ਇਸ ਲਈ ਨਹੀਂ ਕਰ ਰਿਹਾ ਕਿ ਉਹ ਵੈਸੇ ਜਿਹੜੇ ਹੈਗੇ ਨੇ ਉਹ ਕੋਈ ਉਹਨਾਂ ਦੀ ਮਤਲਬ ਜ਼ਰਾ ਥੋੜਾ ਜਿਹਾ ਮੁਸ਼ਕਿਲ ਹੈਗਾ। ਹੁਣ ਤੁਸੀਂ ਮੈਨੂੰ ਮੇਰਾ ਖਿਆਲ ਇੱਥੇ ਹੁਣ ਰੋਕ ਲੈਣਾ ਤੇ ਤੁਸੀਂ ਹੁਣ ਸਵਾਲ ਕਰੋ। ਇਹ ਆਖਰੀ ਕਲਾਸ ਹੈ ਤੇ ਤੁਸੀਂ ਸਵਾਲ ਕਰੋ ਤੇ ਮੈਂ ਉਹਨਾਂ ਦੇ ਜਵਾਬ ਦੇਣਾ ਜਿਹੜੇ ਤੁਹਾਡੇ ਜ਼ਿਹਨ 'ਚ ਗਾਲਿਬ ਦੇ ਬਾਰੇ 'ਚ ਸਵਾਲ ਆਉਂਦੇ ਨੇ ਉਹ ਤੁਸੀਂ ਪੁੱਛੋ ਤੇ ਮੈਂ ਜਵਾਬ ਦਿਆਂਗਾ। ਵੈਸੇ ਇਹ ਹੈ ਕਿ ਜਿਹੜੇ ਮੈਂ ਅਗਲੇ 2-3 ਜਿਹੜੇ ਪਲਾਨ ਕੀਤੇ ਸੀ ਉਹ ਮੈਂ ਨਹੀਂ ਹੁਣ ਕਰਨੇ ਆ। ਤੇ ਉਹ ਜਦੋਂ ਤੁਸੀਂ ਟੈਕਸਟ ਪੜ੍ਹ ਲਓਗੇ ਗਾਲਿਬ ਦੀ ਆਪਣੇ ਤੌਰ ਦੇ ਉੱਤੇ ਤੇ ਫਿਰ ਉਹ ਰੱਬ ਕਰੇ ਤੇ ਮੈਂ ਉਹ ਕਰਾਂਗਾ ਫਿਰ। ਲੇਕਿਨ ਉਹ ਕੁਝ ਡੇਟ ਫਿਕਸ ਕਰ ਦਿਓ ਨਾ, ਉਹਦਾ ਕੋਈ ਟਾਈਮ ਫਿਕਸ ਕਰ ਦਿਓ, ਮਹੀਨਾ 1.5 ਮਹੀਨਾ ਉਹਦੇ ਤੋਂ ਕੋਈ ਕਰੋ। ਔਰ ਉਹ ਹੈ ਬੜਾ ਜ਼ਰੂਰੀ, ਇਹਨੂੰ ਮੁਕੰਮਲ ਕਰਨਾ ਚਾਹੀਦਾ। ਹਾਂ ਨਹੀਂ ਮਤਲਬ ਇਹ ਹੈ ਕਿ ਮੈਂ ਜੇ ਕਹਾਂਗਾ ਕਿ ਇਹਨੂੰ 6 ਮਹੀਨਿਆਂ ਬਾਅਦ ਕਰੋ ਤੇ ਟੈਕਸਟ ਕਿੱਥੋਂ ਅਸੀਂ ਲੈ ਸਕਦੇ ਹਾਂ? ਕਿਹਦੀ ਗਾਲਿਬ ਦੀ? ਹਾਂਜੀ, ਇਹ ਤੁਸੀਂ ਸਾਡੇ ਇੱਥੇ ਅਪਲੋਡ ਹੋਈ ਹੈ। ਦੀਵਾਨੇ ਗਾਲਿਬ ਹਰ ਜਗ੍ਹਾ ਤੋਂ ਲੱਭ ਜਾਏਗਾ। ਨਹੀਂ ਬਹੁਤ ਜਗ੍ਹਾ ਤੋਂ ਲੱਭਦਾ ਹੈ, ਮੈਂ ਮੋਟੇ ਸ਼ੇਅਰ ਕਰ ਦਾਂਗਾ ਤੁਹਾਨੂੰ ਲਿੰਕ। ਠੀਕ ਹੈ ਠੀਕ ਹੈ। ਵੈਸੇ ਜਿਹੜੀ ਉਰਦੂ ਦੀ ਜਿਹੜੀ ਤਹਿਰੀਰਾਂ ਨੇ ਨਾ, ਲਿਖਤਾਂ ਜਿਹੜੀਆਂ ਨੇ, ਹਾਂਜੀ, ਇਹਨਾਂ ਦਾ ਸਭ ਤੋਂ ਅੱਛਾ ਜ਼ਰੀਆ ਜਿਹੜਾ ਉਹ ਰੇਖਤਾ.org ਹੈ। ਹਾਂਜੀ ਹਾਂਜੀ ਬਿਲਕੁਲ ਪਤਾ ਹੈ। ਰੇਖਤਾ ਦੇ ਉੱਤੇ ਗਾਲਿਬ ਦਾ ਦੀਵਾਨ ਹੈਗਾ। ਠੀਕ ਹੈ। ਅੱਛਾ ਡਾਕਟਰ ਸਾਹਿਬ, ਗਾਲਿਬ ਨੂੰ ਸਭ ਤੋਂ ਜ਼ਿਆਦਾ ਆਪਣਾ ਮਤਲਬ ਹੈ ਫਖਰ ਸੀ ਆਪਣੀ ਫਾਰਸੀ ਦੀ ਸ਼ਾਇਰੀ ਦੇ ਉੱਤੇ। ਉਹ ਵੀ ਕਿਧਰੋਂ ਅਵੇਲੇਬਲ ਹੈ? ਕਿਧਰੇ ਹੈ ਉਹ ਵੀ? ਕਿਧਰੇ ਉਹ ਹਾਂ ਮਿਲ ਜਾਂਦਾ ਹੈ ਉਹ ਵੀ। ਹਾਂ ਅੱਛਾ ਮਿਲ ਜਾਂਦਾ। ਲੇਕਿਨ ਮੈਂ ਨਹੀਂ ਪੜ੍ਹਿਆ ਵੈਸੇ ਫਾਰਸੀ ਦਾ ਉਹਦਾ ਜਿਹੜਾ ਕਲਾਮ ਹੈ ਦੀਵਾਨ, ਮੈਂ ਨਹੀਂ ਉਹ ਪੜ੍ਹਿਆ। ਮੈਂ ਉਰਦੂ ਵਾਲਾ ਹੀ ਪੜ੍ਹਦਾ ਰਿਹਾ ਕਿਉਂਕਿ ਮੇਰੇ ਖਿਆਲ 'ਚ ਜਿਹੜੀ ਉਹਦਾ ਉਰਦੂ 'ਚ ਕਲਾਮ ਸੀ ਉਹ ਹੀ ਪਾਇਦਾਰ ਸੀ ਤੇ ਉਹਨੂੰ ਉਹ ਤੇ ਗੱਲ ਹੋਈ ਤੇ ਇਕਬਾਲ ਨੂੰ ਵੀ ਭੁਲੇਖਾ ਸੀ ਕਿ ਆਪਣੀ ਫਾਰਸੀ ਤੇ ਕਿ ਮੇਰੀ ਫਾਰਸੀ ਜਿਹੜੀ ਹੈ ਉਹ ਉਰਦੂ ਨਾਲੋਂ ਚੰਗੀ ਹੈ। ਇਹ ਹੈ ਕਿ ਜਿਹੜਾ ਇਹ ਤੁਸੀਂ ਕੰਸੀਡ ਕਰੋ ਕਿ ਜਿਹੜਾ ਇਕਬਾਲ ਹੈ ਉਹ ਈਰਾਨ ਦੇ ਵਿੱਚ ਹੁਣ ਵੀ ਪੜ੍ਹਾਇਆ ਜਾਂਦਾ ਹੈ। ਬਿਲਕੁਲ, ਇਕਬਾਲ ਲਾਹੌਰੀ। ਹਾਂ, ਇਕਬਾਲ ਲਾਹੌਰੀ ਦੇ ਨਾਂ ਤੇ ਉਹਨੂੰ ਪੜ੍ਹਾਇਆ ਜਾਂਦਾ ਹੈ ਤੇ ਗਾਲਿਬ ਨੂੰ ਨਹੀਂ ਕਿਤੇ ਵੀ ਪੜ੍ਹਾਇਆ। ਬਿਲਕੁਲ
मेरा ख्याल है फारसी दा इन्ना कलाम वैसे ही गायब हो गया ऐसी समथिंग लाइक दैट, अवेलेबल ही नहीं सी एक लंबा अरसा। हाँ जी, हाँ जी, हाँ जी, बिल्कुल। हाँ जी, ਹੋਰ ਕੋਈ ਸਵਾਲ? ਡਾਕਟਰ ਸਾਹਿਬ ਜਿਸ ਤਰ੍ਹਾਂ ਤੁਸੀਂ ਦੱਸਿਆ ਹੈਗਾ ਆਰਗੇਨਾਈਜ਼ਡ ਰਿਲੀਜਨਸ ਔਰ ਜਿਹੜੇ ਅਨਆਰਗੇਨਾਈਜ਼ਡ ਰਿਲੀਜਨ ਨੇ, ਤੇ ਅਗਰ ਇਹ ਸਾਰਾ ਅਸੀਂ ਦੇਖੀਏ ਤੇ ਇਹ ਫਿਰ ਵਹਿਦਤੁਲ ਵਜੂਦ ਦਾ ਜਿਹੜਾ ਤਸੱਵੁਰ ਹੈ ਤੇ ਪੂਰਾ ਉਹਦੇ ਤੋਂ ਟੋਟਲ ਆਪੋਜ਼ਿਟ ਆ, ਬਿਲਕੁਲ ਆਪੋਜ਼ਿਟ ਹੈ। ਟੋਟਲ ਆਪੋਜ਼ਿਟ ਹੈ। ਤੇ ਅਸੀਂ ਅੱਛਾ ਫਿਰ ਜੇ ਅਸੀਂ ਇਹ ਦੇਖਦੇ ਹਾਂ ਤੇ ਫਿਰ ਮਤਲਬ ਇਹ ਗੱਲ ਬੜੀ ਇੱਕ ਇੰਪੋਰਟੈਂਟ ਹੈ ਔਰ ਬੜੀ ਤੁਹਾਡੀ ਗੱਲ ਦਿਲ ਨੂੰ ਵੀ ਦਿਮਾਗ ਨੂੰ ਵੀ ਲੱਗੀ ਆ ਕਿ ਆਰਗੇਨਾਈਜ਼ਡ ਰਿਲੀਜਨ ਜਿਹੜੇ ਨੇ ਉੱਥੇ ਜਿਹੜਾ ਬੰਦਾ ਆਂਦਾ, ਜਿਸ ਤਰ੍ਹਾਂ ਤੁਸੀਂ ਦੇਖੋ ਜਿਸ ਵੀ ਸੁਸਾਇਟੀ 'ਚ ਹੋਏ ਆਲ ਓਵਰ ਦਾ ਵਰਲਡ, ਕੋਈ ਵੀ ਸੁਸਾਇਟੀ ਆ ਉਹਦੇ ਵਿੱਚ ਜਿਹੜਾ ਬੰਦਾ ਆਂਦਾ ਉਹ ਆਪਣੀ ਮੰਤਕ ਅੱਗੇ ਚਲਾ ਦਿੰਦਾ ਜੋ ਉਹਦੀ ਸੋਚ ਹੁੰਦੀ ਹੈ। ਤੇ ਫਿਰ ਕੁਛ ਹੱਦ ਤੱਕ ਤੇ ਇਹ ਗੱਲ ਜਿਹੜੀ ਹੈ ਜ਼ਿਹਨ ਨੂੰ ਲੱਗਦੀ ਹੈ ਕਿ ਜਿਹੜਾ ਮਤਲਬ ਹਰ ਚੀਜ਼ ਜਿਹੜੀ ਹੈ ਉਹ ਅਨਆਰਗੇਨਾਈਜ਼ਡ ਆ। ਨਹੀਂ ਦੇਖੋ, ਗੱਲ ਇਹ ਹੈਗੀ ਹੈ, ਇਹ ਨਹੀਂ, ਗੱਲ ਇਹ ਹੈਗੀ ਹੈ ਕਿ ਜਿਹੜੇ ਆਰਗੇਨਾਈਜ਼ਡ ਰਿਲੀਜਨ ਨੇ ਨਾ, ਉਹਨਾਂ ਦੇ ਨਾਮ ਮੁਖਤਲਿਫ ਨੇ। ਹਿੰਦੂਇਜ਼ਮ ਹੈ, ਇਸਲਾਮ ਹੈ, ਕ੍ਰਿਸਚੀਅਨਿਟੀ ਹੈ, ਜੂਡਾਇਜ਼ਮ ਹੈ, ਵਗੈਰਾ ਵਗੈਰਾ। ਠੀਕ ਹੈ। ਲੇਕਿਨ ਉਹਨਾਂ ਸਾਰਿਆਂ ਦੇ ਵਿੱਚ ਉਹਨਾਂ ਦੀ ਸਾਰਿਆਂ ਦੀ ਜਿਹੜੀ ਕੋਰ ਆਈਡੀਓਲੋਜੀ ਹੈ ਆਰਗੇਨਾਈਜ਼ਡ ਰਿਲੀਜਨ ਦੀ, ਉਹ ਇੱਕ ਹੈਗੀ ਹੈ। ਠੀਕ ਹੈ। ਜਿਹੜੇ ਮੈਂ ਚਾਰ ਤੁਹਾਨੂੰ ਉਹਦੇ ਕੈਰੈਕਟਰ ਦੱਸੇ ਨੇ ਨਾ, ਉਹ ਕੱਟ ਪੇਸਟ ਹੀ ਹੈ। ਉਹ ਹਾਂਜੀ। ਯਾਨੀ ਕ੍ਰਿਸਚੀਅਨ ਜਿਹੜੇ ਨੇ ਉਹ ਵੀ ਰੱਬ ਦੇ ਬਾਰੇ 'ਚ ਉਹ ਵੀ ਸਮਝਦੇ ਨੇ ਜਿਹੜੇ ਕਿ ਮੁਸਲਮਾਨ ਸਮਝਦੇ ਨੇ ਕਿ ਉਹ ਯਾਨੀ ਆਰਗੇਨਾਈਜ਼ਡ ਰਿਲੀਜਨ ਵਾਲੇ ਕਿ ਚਰਚ ਲਾ ਕੇ ਬੈਠਾ ਹੈ ਤੇ ਬਾਦਸ਼ਾਹ ਤਰ੍ਹਾਂ ਹਕੂਮਤ ਕਰ ਰਿਹਾ ਹੈ। ਹਾਂਜੀ, ਪ੍ਰੀਡੈਸਟਿਨਡ ਐਵਰੀਥਿੰਗ, ਸਭ ਕੁਝ ਉਹਨਾਂ ਨੇ ਸਭ ਕੁਝ ਲਿਖ ਕੇ ਭੇਜ ਦਿੱਤਾ, ਜਿਸ ਤਰ੍ਹਾਂ ਸਾਡੇ ਵੀ ਕਹਿੰਦੇ ਨਾ ਨਸੀਬ 'ਚ ਲਿਖਿਆ। ਮਤਲਬ ਫਿਰ ਤੇ ਉਹ ਆਪਣੀ ਐਫਰਟ ਮੁੱਕ ਗਈ, ਮਤਲਬ ਕਿ ਜੋ ਕੁਝ ਹੈ ਸਭ ਰੱਬੋਂ ਹੀ ਹੁੰਦਾ ਪਿਆ ਹੈ ਨਾ। ਹਾਂ ਬਿਲਕੁਲ, ਇਹੋ ਹੀ ਗੱਲ ਹੈ ਨਾ ਕਿ ਹਰ ਜਿਹੜਾ, ਕਿਉਂਕਿ ਉਹਨਾਂ ਨੇ ਆਪਣਾ ਕਲਾਸਿਸ ਨੂੰ ਔਰ ਕਾਸਟ ਨੂੰ ਔਰ ਉੱਚੇ ਨੀਵੇਂ ਦੇ ਫਰਕ ਨੂੰ ਸਹੀ ਸਾਬਤ ਕਰਨਾ ਸੀ ਤੇ ਇਸ ਵਾਸਤੇ ਉਹਨਾਂ ਨੇ ਉਹ ਭਗਵਾਨ ਦੇ ਜ਼ਿੰਮੇ ਲਾਤਾ। So Sikhism would be different. Sikhism ਚ ਫਿਰ totally different ਹੋਏਗਾ ਨਾ। हाँ, थोड़ा फर्क है जी। ਜੀ ਫਿਰ ਕਹੋ Sikhism ਚ ਤੇ ਫਿਰ ਫਰਕ ਹੈ ਨਾ ਕਿ ਕੋਈ ਉੱਥੇ ਬਾਦਸ਼ਾਹ ਨਹੀਂ ਬੈਠਾ, ਕੋਈ ਉਹਨੇ ਨਹੀਂ ਸਭ ਹੁਕਮ ਚਲਾ ਦੇਣੇ ਤੁਹਾਡੇ ਕਰਮ। ਬਾਦਸ਼ਾਹ ਤਾਂ ਉੱਤੇ ਹੈ ਲੇਕਿਨ ਉਹਨਾਂ ਦੇ ਵੀ ਕਿਥੇ ਸਿੱਖੀਜ਼ਮ ਚ ਜੀ ਨਹੀਂ, ਸਿੱਖੀਜ਼ਮ ਦੇ ਵਿੱਚ ਜੇ ਤੇ ਗੁਰੂ ਨਾਨਕ ਦਾ ਕਲਾਮ ਪੜ੍ਹੀਏ ਤੇ ਉਹਦੇ ਵਿੱਚ ਨਹੀਂ ਹੈਗਾ, ਕੋਈ ਬਾਹਰ ਨਹੀਂ ਬੈਠਾ ਹੋਇਆ। ਲੇਕਿਨ ਜੇ ਤੁਸੀਂ ਜਿਹੜੀ ਅੱਜ ਦਾ ਸਿੱਖ ਗੁਰਦੁਆਰਾ ਹੈ ਉਹਦੀ ਆਈਡੀਓਲੋਜੀ ਜਿਹੜੀ ਹੈ ਉਹ ਮਸਜਿਦਾਂ ਨਾਲੋਂ ਮੁਖਤਲਿਫ ਨਹੀਂ ਹੈਗੀ। ਜਿਹੜਾ ਮੁਸਲਮਾਨਾਂ ਦਾ ਮੁੱਲਾ ਸੀ ਉਹ ਸਿੱਖਾਂ ਦਾ ਹੁਣ ਭਾਈ ਹੋ ਗਿਆ ਹੈ। ਔਰ ਹੁਣ ਤੁਸੀਂ ਮੈਨੂੰ ਇਹ ਦੱਸੋ ਆਪਣਾ ਬੀਬਾ ਜੀ ਕਿ ਹੁਣ ਕਿੰਨੇ ਸਿੱਖ ਨੇ ਜਿਹੜੇ ਜ਼ਾਤ ਪਾਤ ਦਾ ਇਨਕਾਰ ਕਰਦੇ ਨੇ। ਹਰ ਬੰਦਾ ਵੱਧ ਚੜ ਕੇ ਆਪਣੇ ਨਾਂ ਦੇ ਅਖੀਰ ਦੇ ਉੱਤੇ ਆਪਣੇ ਵੱਡੇ ਕਬੀਲੇ ਦਾ ਨਾਮ ਲਿਖ ਲੈਂਦਾ ਹੈ। ਇਹ ਬਿਲਕੁਲ ਸਹੀ ਗੱਲ ਹੈ ਜੀ। ਐਂਡ this should not be, ਉਹ ਸਾਰੇ ਕਹਿੰਦੇ ਨੇ ਕਿ ਨਹੀਂ ਕਰਨਾ ਚਾਹੀਦਾ, ਲਾਸਟ ਨੇਮ ਵੀ ਨਹੀਂ ਲਿਖਣਾ ਚਾਹੀਦਾ ਤੁਹਾਨੂੰ, ਸਿੰਘ ਜਾਂ ਕੌਰ ਲਿਖੋ, ਪਰ ਕਰਦਾ ਕੋਈ ਨਹੀਂ ਨਾ। ਸਾਰੇ ਕਹਿੰਦੇ ਮੈਂ ਜੱਟ ਆ, ਮੈਂ ਫਲਾਣਾ ਆ। ਸੋ ਇਹੋ ਹੀ ਮੁਸਲਮਾਨਾਂ ਵਿੱਚ ਆ, ਇਹੋ ਹੀ ਈਸਾਈਆਂ ਚ, ਇਹੋ ਹੀ ਬਾਕੀਆਂ ਚ। ਹੁਣ ਤੁਸੀਂ ਜੈਂਡਰ ਡਿਫਰੈਂਸੀਏਸ਼ਨ ਤੇ ਆ ਜਾਓ ਕਿ ਬਾਬੇ ਨਾਨਕ ਦੀ ਨਜ਼ਰ ਦੇ ਵਿੱਚ ਤੇ ਔਰਤ ਮਰਦ ਚ ਕੋਈ ਫਰਕ ਨਹੀਂ ਹੈਗਾ, ਠੀਕ। ਲੇਕਿਨ ਹੁਣ ਤੁਸੀਂ ਮੈਨੂੰ ਇਹ ਦੱਸੋ ਕਿ ਹੁਣ ਜਿਹੜੇ ਗੁਰਦੁਆਰਿਆਂ 'ਚ ਜਾਣ ਵਾਲੇ ਨੇ ਉਹਨਾਂ ਵਿੱਚ ਕਿੰਨੇ ਮਰਦ ਔਰ ਔਰਤ ਨੂੰ ਬਰਾਬਰ ਦਾ ਮੰਨਦੇ ਨੇ? ਨਹੀਂ ਮੰਨਦੇ। ਸਿੱਖ ਮਰਦ ਜਿਹੜੇ ਨੇ ਉਹ ਵੀ ਉਵੇਂ ਸ਼ਾਮਨਿਸਟ ਨੇ ਜਿਵੇਂ ਮੁਸਲਮਾਨ ਮਰਦ ਸ਼ਾਮਨਿਸਟ ਨੇ। ਪਰ ਜਿੱਦਾਂ ਤੁਸੀਂ ਹਾਂਜੀ ਠੀਕ ਕਹਿੰਦੇ, ਬਿਲਕੁਲ ਸਹੀ ਕਹਿ ਰਹੇ ਹੋ। ਬਟ ਅਗੇਨ ਤੁਸੀਂ ਜਿੱਦਾਂ ਇੱਕ ਦਿਨ ਗੱਲ ਕੀਤੀ ਸੀ, ਉਹ ਮੇਰੇ ਦਿਲ ਨੂੰ ਬੜੀ ਲੱਗੀ ਗੱਲ ਕਿ ਵੀ ਈਵਨ ਜੇ ਬੇਸਿਕਲੀ ਮਰਦ ਉਹ ਜਿਹਾ ਹੈ ਨਹੀਂ, ਬਿਕੋਜ਼ ਦ ਸੋਸਾਇਟੀ ਇਜ਼ ਸੱਚ, ਦੇ ਬਿਹੇਵ ਐਜ਼ ਸੱਚ।
हाँ मतलब मर्द यानी ये पैट्रियार्कल सोसाइटी है ना, ਜਿਹਨੂੰ ਅਸੀਂ ਜੀ ਮਰਦਸ਼ਾਹੀ ਨਿਜ਼ਾਮ ਕਹਿੰਦੇ ਆ। ਤੇ ਇਹ ਮਰਦਸ਼ਾਹੀ ਦਾ ਨਿਜ਼ਾਮ ਜਿਹੜਾ ਹੈ, ਜਿਹੜਾ ਜਿਹੜਾ ਵੀ ਉਹਨੂੰ ਮੰਨਣ ਤੋਂ ਵੀ ਮਜਬੂਰ ਨੇ ਤੇ ਉਹਨੂੰ ਛੱਡ ਵੀ ਨਹੀਂ ਸਕਦੇ। ਇੱਕ ਤੇ ਇਹ ਗੱਲ ਹੈਗੀ ਹੈ। ਤੇ ਦੂਜੀ ਗੱਲ ਹੈਗੀ ਹੈ ਕਿ ਜਿਹੜੇ ਵੱਡੇ ਫੰਡਾਮੈਂਟਲ ਫਿਲਾਸਫਰ ਹੁੰਦੇ ਨੇ, ਉਹ ਤੇ ਉਹਨਾਂ ਗੱਲਾਂ ਨੂੰ ਚੈਲੰਜ ਕਰਦੇ ਨੇ ਨਾ ਕਿ ਜਿਹਨੂੰ ਜਿਹੜੀ ਦੁਨੀਆ ਦੇ ਵਿੱਚ ਆਮ ਮੰਨੀ ਜਾ ਰਹੀ ਹੁੰਦੀ ਹੈ। ਤੇ ਇਸੇ ਵਾਸਤੇ ਉਹ ਵੱਡੇ ਥਿੰਕਰ ਹੁੰਦੇ ਨੇ। ਮਤਲਬ ਹੁਣ ਆਮ ਬੰਦਾ ਜਿਹੜਾ ਹੈ ਉਹ ਤੇ ਪ੍ਰੈਕਟਿਸ ਦੇ ਵਿੱਚ ਇੰਟੈਲੈਕਚੁਅਲ ਲੈਵਲ ਦੇ ਉੱਤੇ ਜਿਹੜਾ ਮਰਦਸ਼ਾਹੀ ਨਿਜ਼ਾਮ ਹੈ ਉਹਨੂੰ ਮੰਨ ਲੈਂਦਾ ਹੈ, ਲੇਕਿਨ ਉਹਨੂੰ ਵਿਰੋਧ ਕਰਨ ਲਈ ਬਾਬੇ ਨਾਨਕ ਵਰਗਾ ਜਿਹੜਾ ਇੰਟੈਲੈਕਚੁਅਲ ਹੈ ਉਹ ਚਾਹੀਦਾ ਹੈ, ਜਿਹੜਾ ਉਹਨੂੰ ਮੁੱਢ ਤੋਂ ਉਹਦਾ ਇਨਕਾਰ ਕਰਨ ਕਿ ਬਈ ਇਹ ਜੈਂਡਰ ਡਿਫਰੈਂਸੀਏਸ਼ਨ ਗਲਤ ਨਹੀਂ ਹੈਗੀ ਇਨਸਾਨਾਂ ਦੇ ਵਿੱਚ। ਹਾਂ ਜੀ, ਲੇਕਿਨ ਇਨਸਾਨਾਂ ਦੇ ਵਿੱਚ ਜਿਹੜੀ ਪਿਛੋਕੜ ਹੈਗੀ ਹੈ ਨਾ ਆਰੀਆ ਸਮਾਜ ਦੀ, ਉਹ ਨਹੀਂ ਅਜੇ ਤੱਕ ਖਤਮ ਹੋਈ। ਭਾਵੇਂ ਮਜ਼ਹਬ ਸਾਰੇ ਆ ਗਏ, ਸਿੱਖੀਜ਼ਮ ਆ ਗਿਆ, ਇਸਲਾਮ ਵੀ ਇੱਥੇ ਹੋ ਗਿਆ, ਪਿਛੋਕੜ ਉਹ ਆਰੀਆ ਨਿਜ਼ਾਮ ਵਾਲੀ ਰਹਿ ਗਈ ਹੈ, ਜ਼ਾਤ ਪਾਤ ਵਾਲੀ, ਉਹ ਅਜੇ ਪੂਰੀ ਖਤਮ ਨਹੀਂ ਹੋਈ। ਮਤਲਬ ਇਹ ਹੈ ਕਿ ਜਿੱਥੇ ਇਹ ਆਰੀਆਵਾਂ ਵਾਲਾ ਜ਼ਾਤ ਪਾਤ ਨਹੀਂ ਸੀ ਹੈਗਾ, ਉੱਥੇ ਕਲਾਸ ਸਨ। ਜਿਵੇਂ ਯੂਰਪ ਸੀ, ਯੂਰਪ ਦੇ ਵਿੱਚ ਵੀ ਆਰੀਆ ਗਏ, ਲੇਕਿਨ ਉੱਥੇ ਉਹਨਾਂ ਨੇ ਜਾ ਕੇ ਜ਼ਾਤ ਪਾਤ ਦਾ ਸਿਸਟਮ ਨਹੀਂ ਬਣਾਇਆ। ਉੱਥੇ ਮੈਂ ਇੰਡੋ ਪਾਕ ਦੀ ਗੱਲ ਕਰ ਰਿਹਾ ਜੀ, ਇਹ ਸਾਡੇ ਜਿਹੜੇ ਸਿਲਸਿਲੇ ਦੇ ਵਿੱਚ। ਹਾਂਜੀ 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 ਸਾਹਿਬ, ਇੱਕ ਮੈਂ ਅਮਰਜੀਤ ਬੋਲ ਰਿਹਾ ਕਿ ਹਾਂਜੀ, ਇਹ ਜਿਹੜਾ ਜ਼ਾਤ ਪਾਤ ਦਾ ਜਾਂ ਆਰਗੇਨਾਈਜ਼ਡ ਰਿਲੀਜਨ ਦਾ ਹੈਗਾ, ਇਹਦੇ ਚ ਸੋਸਾਇਟੀ ਨੂੰ ਇਸ ਚੀਜ਼ ਦਾ ਫਾਇਦਾ ਕੀ ਹੈ? ਅਸੀਂ ਨੁਕਸਾਨ ਤਾਂ ਦੇਖੇ ਆ ਕਿ ਮਤਲਬ ਸਮਝਦੇ ਆ ਕਿ ਇਹਦੇ ਨਾਲ ਲੋਕਾਂ ਦੀ ਦੱਸੋ ਕਿ ਜਿਨ੍ਹਾਂ ਨੇ ਜ਼ਾਤ ਪਾਤ ਦਾ ਨਿਜ਼ਾਮ ਬਣਾਇਆ, ਉਹਨਾਂ ਨੂੰ ਕੋਈ ਆਮ ਬੰਦੇ ਦੇ ਇੰਟਰਸਟ ਦਾ ਥੋੜਾ ਹੀ ਖਿਆਲ ਸੀ। ਉਹ ਤੇ ਆਪਣੇ ਇੰਟਰਸਟ ਨੂੰ ਬਚਾ ਰਹੇ ਸਨ ਨਾ ਬੇਸਿਕਲੀ। ਤੇ ਉਹ ਜਿਹੜਾ ਉਹਨਾਂ ਨੇ ਬਣਾਇਆ, ਮਤਲਬ ਬ੍ਰਾਹਮਣ ਜਿਹੜੇ ਨੇ, ਉਹਨਾਂ ਨੇ ਆਪਣੇ ਆਪ ਨੂੰ ਨੰਬਰ ਹਾਈਐਸਟ ਜਿਹੜੀ ਕਾਸਟ ਹੈ ਉਹ ਬਣਾਇਆ, ਤਾਂ ਕਿ ਜਿਹੜੇ ਆਪਣਾ ਲੜਨ ਭਿੜਨ ਵਾਲੇ ਨੇ ਖਸ਼ਤਰੀ, ਤਾਂ ਕਿ ਖਸ਼ਤਰੀਆਂ ਨੂੰ ਵੀ ਕੰਟਰੋਲ ਕਰ ਸਕਣ। ਤੇ ਮਤਲਬ ਤੁਸੀਂ ਇਹ ਕਿਵੇਂ ਤਸੱਵਰ ਕਰਦੇ ਹੋ, ਇਮੇਜਿਨ ਕਰਦੇ ਹੋ ਕਿ ਆਪਣੇ ਇੰਟਰਸਟ ਨੂੰ ਸੇਵ ਕਰਨ ਵਾਲੇ ਲੋਕਾਂ ਦਾ ਖਿਆਲ ਕਰਨਗੇ? ਲੋਕਾਂ ਦਾ ਕਿਉਂ ਖਿਆਲ ਕਰਨਗੇ? ਉਹ ਤੇ ਆਪਣੇ ਇੰਟਰਸਟ ਨੂੰ ਬੁਨਿਆਦੀ ਤੌਰ ਤੇ ਕੰਟਰੋਲ ਹੈ, सोसाइटी ਤੇ ਕੰਟਰੋਲ, ਵਰਕਿੰਗ ਕਲਾਸ ਤੇ ਕੰਟਰੋਲ ਐਂਡ ਇਕਨੋਮਿਕ ਕੰਟਰੋਲ। ਵਰਕਿੰਗ ਕਲਾਸ ਦੇ ਹੋਗਾ, ਇਕਨੋਮਿਕ ਕੰਟਰੋਲ ਹੋਏਗਾ ਸਾਰਾ। ਨਹੀਂ, ਮੈਂ ਇਹ ਕਹਿ ਰਿਹਾ ਸੀ ਕਿ ਜੇ ਉਹ ਜ਼ਾਤ ਪਾਤ ਵਗੈਰਾ ਨਹੀਂ ਬਣਾਉਂਦੇ ਤਾਂ ਸੋਸਾਇਟੀ ਦੀ ਫੰਕਸ਼ਨਿੰਗ ਕਿਸ ਤਰੀਕੇ ਨਾਲ ਉਹ ਕੰਟਰੋਲ ਕਰ ਸਕਦੇ ਸੀ? ਯਾਰ ਤੁਸੀਂ ਸਿੰਪਲ ਇਹ ਹੈ ਕਿ ਯੂਰਪੀਅਨ ਸੋਸਾਇਟੀ ਵਿੱਚ ਕਾਸਟ ਸਿਸਟਮ ਨਹੀਂ ਸੀ ਹੈਗਾ, ਕਲਾਸ ਸਿਸਟਮ, ਤੇ ਉਹ ਵੀ ਤੇ ਚੱਲਿਆ ਹੈ ਨਾ, ਉਹੀ ਤੇ ਸੋਸਾਇਟੀ ਚੱਲੀ ਹੈ ਨਾ। ਨਹੀਂ, ਮੈਂ ਉਹੀ ਕਹਿ ਰਿਹਾ ਕਿ ਸੋਸਾਇਟੀ ਚਲਾਉਣ ਲਈ ਇਹੋ ਜਿਹੇ ਸ਼ੋਸ਼ੇ ਚਾਹੀਦੇ ਨੇ ਜ਼ਰੂਰ। ਮਤਲਬ ਸਹੀ ਹੈ, ਹੁਣ ਤੱਕ ਚਾਹੀਦੇ ਸਨ, ਸਾਰੇ ਕਰਦੇ ਰਹੇ ਨੇ। ਸਾਡੇ ਦੇਸੀ ਹਾਕਮਾਂ ਦਾ ਇਹ ਨੁਸਖਾ ਸੀ। ਹਾਂਜੀ, ਦੇਸੀਆਂ ਦਾ ਹੀ ਸੀ ਕਾਸਟ। ਸਰ ਮੈਂ ਬਿਮਲ ਬੋਲ ਰਿਹਾ ਕਲਕੱਤਾ ਤੋਂ। ਮੇਰੇ ਹਿਸਾਬ ਨਾਲ ਮੈਂ ਇੱਕ ਇੰਟਰਵੈਂਸ਼ਨ ਜ਼ਰੂਰ ਕਹਾਂਗਾ ਕਿ ਜ਼ਰੂਰੀ ਨਹੀਂ ਹੈ ਕਿ ਸਰ ਜੇ ਮੈਜੋਰਿਟੀ ਕਾਸਟ ਤੇ ਚੱਲ ਰਹੀ ਹੈ ਜਾਂ ਸੋਸਾਇਟੀ ਐਟ ਲਾਰਜ ਚੱਲ ਰਹੀ ਹੈ ਤਾਂ ਠੀਕ ਹੀ ਹੋਏਗਾ। ਮੈਜੋਰਿਟਿਜ਼ਮ ਬਹੁਤ ਜ਼ਿਆਦਾ ਖਤਰਨਾਕ ਹੈ, ਪਾਰਟਿਕੂਲਰਲੀ ਜਾਤ ਜਾਂ ਪਾਤ ਨੂੰ ਲੈ ਕੇ। ਮੈਂ ਇਹਨੂੰ ਬਹੁਤ ਤਰੀਕੇ ਨਾਲ ਦੇਖ ਰਿਹਾ ਔਰ ਦੇਖ ਰਿਹਾ ਅੱਜ ਕੱਲ੍ਹ ਹਿੰਦੁਸਤਾਨ ਜ਼ਿਆਦਾ ਹੀ ਹਾਵੀ ਹੋ ਰਿਹਾ ਹੈ ਪੂਰਾ ਕਾਸਟ ਨੂੰ ਲੈ ਕੇ, ਔਰ ਪੂਰੀ ਉਹਨਾਂ ਦੇ ਨਾ ਬੜੇ ਰੈਜੀਮੈਂਟਲਾਈਜ਼ ਔਰ ਆਈਡੈਂਟੀਫਾਈਡ ਉਹਨਾਂ ਦੇ ਰੀਜ਼ਨਸ ਹੈਗੇ ਆ, ਔਰ ਆਪਣੇ ਇੰਟਰਸਟ ਨੂੰ ਪ੍ਰੀਜ਼ਰਵ ਕਰਨ ਲਈ ਜਾਤ ਨੂੰ, ਸਬ ਕਾਸਟ ਨੂੰ ਹੋਰ ਅੱਗੇ ਤੋਂ ਅੱਗੇ ਵਧਾ ਰਹੇ ਆ। ਔਰ ਫਿਰ ਉਹਦੇ ਵਿੱਚੋਂ ਵੀ ਉਹ ਪਿਊਰਿਟਿਜ਼ਮ ਵਾਲਾ ਪਾਸਾ ਲੈ ਕੇ ਜਾਂਦੇ ਆ। ਇਹ ਡਿਜ਼ਾਸਟਰ ਖਤਰਨਾਕ ਹੈ, ਕਿਤੇ ਨਾ ਕਿਤੇ ਇਸ ਤੇ ਸਾਨੂੰ ਸੋਚ ਸਮਝ ਕੇ ਤਰੀਕੇ ਨਾਲ ਚੱਲ ਕੇ ਇਹਨੂੰ ਸਟਾਪ ਤਾਂ ਕਰਨਾ ਹੀ ਹੋਏਗਾ, ਚੈੱਕ ਐਂਡ ਬੈਲੈਂਸ ਇੰਪੋਜ਼ ਕਰਨਾ ਹੀ ਹੋਣਗੇ। ਇਹਨੂੰ ਇਸ ਦੇ ਬਾਰੇ ਵਿਚਾਰ ਹੋਣਾ ਚਾਹੀਦਾ। ਮੇਰਾ ਆਪਣਾ ਖਿਆਲ ਇਹ ਹੈ
ਕਿ ਹਿੰਦੁਸਤਾਨ ਪਾਕਿਸਤਾਨ ਜਿਹੜਾ ਨਾ ਉਹ ਰਿਲੀਜੀਅਸ ਐਕਸਟ੍ਰੀਮਿਜ਼ਮ ਦੇ ਵਿੱਚੋਂ ਗੁਜ਼ਰ ਰਿਹਾ ਹੈ, ਜਿਹੜਾ ਕਿ ਯੂਰਪ ਜਦੋਂ ਉੱਥੇ ਇੰਡਸਟਰੀਅਲਾਈਜੇਸ਼ਨ ਕਮਰਸ਼ੀਅਲਾਈਜੇਸ਼ਨ ਸ਼ੁਰੂ ਹੋਈ ਤੇ ਯੂਰਪ ਵਿੱਚ ਵੀ ਇਹ ਹਾਲ ਹੋ ਗਿਆ ਸੀ। ਉਹਦੀ ਇੱਕ ਆਪਣੀ ਲਾਜਿਕ ਹੈ ਜਿਹੜੀ ਕਿ ਕਾਊਂਟਰ ਇੰਟੂਟਿਵ ਹੈ, ਉਹਦੇ ਤੇ ਕਦੀ ਗੱਲ ਕਰਾਂਗੇ ਅਸੀਂ। ਲੇਕਿਨ ਇਹ ਹੈ ਕਿ ਅਲਟੀਮੇਟਲੀ ਤੇ ਇਹ ਜਿਹੜੀਆਂ ਡਿਫਰੈਂਸੀਏਸ਼ਨਸ ਨੇ ਇਹ ਅਰਬਨਾਈਜੇਸ਼ਨ ਔਰ ਇੰਡਸਟਰੀਅਲਾਈਜੇਸ਼ਨ ਦੇ ਨਾਲ ਮੁੱਕਣੀਆਂ ਨੇ। ਹੁਣ ਮਿਸਾਲ ਦੇ ਤੌਰ ਦੇ ਉੱਤੇ ਅਸੀਂ ਜਿੰਨਾ ਮਰਜ਼ੀ ਕਹਿ ਲਈਏ ਤੇ ਜੋ ਮਰਜ਼ੀ ਕਹਿ ਲਈਏ, ਮਸਲਨ ਲਾਹੌਰ 'ਚ ਅਸੀਂ ਬੈਠੇ ਹਾਂ, ਇੱਕ ਮੇਜ਼ ਦੇ ਉੱਤੇ ਬਹਿ ਕੇ ਖਾਣਾ ਖਾ ਰਹੇ ਹਾਂ, ਦੂਜੀ ਮੇਜ਼ ਦੇ ਉੱਤੇ ਇੱਕ ਹੋਰ ਬੰਦਾ ਬੈਠਾ ਹੈ, ਉਹ ਵੀ ਸਾਡੀ ਸ਼ਕਲ ਦਾ ਹੀ ਹੈ ਤੇ ਉਹ ਹੋ ਸਕਦਾ ਚੂੜਾ ਹੋਵੇ। ਅਸੀਂ ਉਹਨੂੰ ਮਤਲਬ ਜਿਹੜਾ ਅਰਬਨ ਐਟਮੋਸਫੀਅਰ ਹੈ ਉਹਦੇ ਵਿੱਚ ਕਿਵੇਂ ਡਿਫਰੈਂਸ਼ੀਏਟ ਕਰ ਲਾਂਗੇ? ਪਿੰਡ 'ਚ ਤੇ ਹੋ ਜਾਏਗਾ ਨਾ, ਪਿੰਡ 'ਚ ਹਰ ਬੰਦੇ ਦੀ ਪਤਾ ਹੁੰਦਾ ਹੈ ਕਿ ਇਹ ਚੂੜਾ ਹੈ ਤੇ ਇਹ ਮਾਸ਼ਕੀ ਹੈ ਤੇ ਇਹ ਤਰਖਾਣ ਹੈ ਤੇ ਇਹ ਲੁਹਾਰ ਹੈ। ਤੇ ਜਦੋਂ ਉਹ ਲੁਹਾਰ ਹੁਣ ਉਹ ਛੱਡ ਕੇ ਪਿੰਡਾਂ ਨੂੰ ਚਲੇ ਗਏ ਨੇ, ਜਾ ਕੇ ਉਹਨਾਂ ਨੇ ਸ਼ਹਿਰਾਂ ਦੇ ਵਿੱਚ ਹੋਰ ਕਾਰੋਬਾਰ ਸ਼ੁਰੂ ਕਰ ਦਿੱਤੇ ਨੇ, ਉਹ ਜਿਹੜੇ ਸਾਰੇ ਆਰਟੀਜ਼ਨ ਸਨ, ਤੇ ਹੁਣ ਉਹਨਾਂ ਨੂੰ ਤੁਸੀਂ ਉਹਨਾਂ ਨੂੰ ਕਿਵੇਂ ਨੀਵਾਂ ਸਮਝ ਸਕਦੇ ਹੋ? ਤੁਹਾਨੂੰ ਪਤਾ ਵੀ ਨਹੀਂ ਚੱਲੇਗਾ ਕਿ ਉਹ ਨੀਵੇਂ ਨੇ ਜਾਂ ਉੱਚੇ ਨੇ। ਕਹਿਣ ਦਾ ਮਤਲਬ ਇਹ ਹੈ ਕਿ ਇਹ ਵਕਤ ਦੇ ਨਾਲ ਅਰਬਨਾਈਜੇਸ਼ਨ ਔਰ ਇੰਡਸਟਰੀਅਲਾਈਜੇਸ਼ਨ ਦੇ ਨਾਲ ਜ਼ਾਤ ਪਾਤ ਦਾ ਸਿਸਟਮ ਟੁੱਟਣਾ ਹੈ। ਇਹ ਜਿੱਥੋਂ ਤੱਕ ਪ੍ਰੀਚਿੰਗ ਦਾ ਨਾ ਤਾਲੁਕ ਬਿਮਲ ਜੀ, ਉਹ ਮੈਨੂੰ ਨਹੀਂ ਲੱਗਦਾ ਉਹ ਕੰਮ ਕਰਦਾ। ਮਿਸਾਲ ਦੇ ਤੌਰ ਤੇ ਤੁਸੀਂ ਇਹ ਦੇਖੋ ਕਿ ਸਾਡੀ ਉਹ ਜਦੋਂ ਦੇ ਅਸੀਂ ਜੰਮੇ ਆ ਤੇ ਫਿਲਮਾਂ ਦੇਖਣੀਆਂ ਸ਼ੁਰੂ ਕੀਤੀਆਂ ਨੇ ਤੇ ਬਾਲੀਵੁੱਡ ਤੋਂ ਬਣਨ ਵਾਲੀ ਹਰ ਫਿਲਮ ਵਿੱਚ ਜਹੇਜ਼ ਦੇ ਖਿਲਾਫ ਪ੍ਰਚਾਰ ਕੀਤਾ ਜਾਂਦਾ ਹੈ, ਡਾਵਰੀ ਦੇ ਖਿਲਾਫ ਕੀਤਾ ਜਾਂਦਾ ਹੈ। ਇੰਨਾ ਸਾਡੀ 70 ਸਾਲ ਤੇ ਉਮਰ ਮੇਰੀ 74 ਸਾਲ ਹੋ ਗਈ ਹੈ ਤੇ ਮੈਂ ਤੇ ਨਹੀਂ ਦੇਖਿਆ ਕਿ ਉਹਨਾਂ ਫਿਲਮਾਂ ਦੇ ਵਿੱਚ ਇੰਨੀਆਂ ਫਿਲਮਾਂ ਸੈਂਕੜਿਆਂ ਬਣੀਆਂ ਨੇ ਦਹੇਜ ਦੇ ਖਿਲਾਫ। ਤੇ ਦਹੇਜ ਤੇ ਜੋ ਵਧਿਆ ਹੀ ਹੈ, ਘਟਿਆ ਤੇ ਨਹੀਂ ਹੈ। ਜੀ ਹਾਂਜੀ, ਬਿਲਕੁਲ ਠੀਕ ਕਹਿ ਰਹੇ ਹੋ, ਵਧੀਆ ਹੀ ਹੈ, ਵਧੀਆ ਹੀ ਹੈ। ਐਗਰੀ ਤੁਹਾਡੀ ਗੱਲ ਸਹਿਮਤ ਹਾਂ ਡਾਕਟਰ ਸਾਹਿਬ। ਮੇਰਾ ਵੀ ਇਹੀ ਉਦੇਸ਼ ਸੀਗਾ, ਮੇਰਾ ਵੀ ਕਹਿਣ ਦਾ ਮਤਲਬ ਸੀਗਾ ਸਾਇੰਟੀਫਿਕ ਟੈਂਪਰਾਮੈਂਟ ਇੰਡਸਟਰੀਅਲ ਗਰੋਥ ਦੇ ਨਾਲ ਜਿਹੜਾ ਸਾਇੰਟੀਫਿਕ ਵੇ ਦੀ ਐਗਰੀਕਲਚਰ ਹੋਣ, ਉਸ ਪ੍ਰੋਸੈਸ ਦੇ ਦੌਰਾਨ ਹੀ ਆਪਾਂ ਜਾਤ ਨੂੰ ਪਾਤ ਨੂੰ ਘਟਾ ਸਕਦੇ ਹਾਂ। Yes, otherwise there is no vaccine, there is no injection, there is no tablet, there is no capsule by which we can eliminate caste. हाँ, बिल्कुल। और ये कि मुकना चाहिए है कि ਅਸੀਂ ਸਾਰੇ ਐਗਰੀਡ ਹੈ। ਬਿਲਕੁਲ ਸਹੀ, ਸਹਿਮਤ ਹੈ ਤੁਹਾਡੀ ਗੱਲ ਨਾਲ। ਹਾਂ ਜੀ। ਲੇਕਿਨ ਇਹ ਕਿ ਡਾਕਟਰ ਸਾਹਿਬ ਇਹ ਤੁਸੀਂ ਦੇਖੋ ਜਿਸ ਤਰ੍ਹਾਂ ਕਿ ਸ਼ਰਮਾ ਜੀ ਵੀ ਕਹਿੰਦੇ ਪਏ ਨੇ, ਉਹ ਅਸੀਂ ਸਹਿਮਤ ਜ਼ਰੂਰ ਹੈ, ਲੇਕਿਨ ਅਗਰ ਦੇਖਿਆ ਜਾਏ ਤੇ ਜਹੇਜ਼ ਹੈ ਜਾਂ ਇਹ ਜਿਹੜਾ ਕਲਾਸ ਸਿਸਟਮ ਹੈ, ਈਵਨ ਆ ਪਾਕਿਸਤਾਨ 'ਚ ਦੇਖ ਲਓ, ਇੰਡੀਆ 'ਚ ਦੇਖ ਲਓ, ਵੱਧਦਾ ਪਿਆ ਹੈ ਪ੍ਰੈਕਟੀਕਲੀ। ਅਗਰ ਤੁਸੀਂ ਰੀਅਲਿਸਟਿਕਲੀ ਦੇਖਿਆ ਜਾਏ ਨਾ ਤੇ ਇਹ ਮੇਰੀ ਵੀ ਚਿੰਤਾ ਹੀ ਹੋਈ ਹੈ। ਹਾਂਜੀ, ਮੇਰੀ ਵੀ ਚਿੰਤਾ ਹੀ ਹੋਈ ਹੈ। ਨਹੀਂ, ਅਸਲ 'ਚ ਗੱਲ ਇਹ ਹੈਗੀ ਹੈ ਸ਼ਗੁਫਤਾ ਜੀ ਕਿ ਜਿਹੜੀ ਹਿੰਦੁਸਤਾਨੀ ਪਾਕਿਸਤਾਨੀ ਸੁਸਾਇਟੀ ਹੈ ਨਾ, ਹਾਂਜੀ, ਉਹ ਐਗਰੇਰੀਅਨ ਇਕਾਨਮੀ ਤੋਂ ਨਿਕਲ ਰਹੀ ਹੈ ਔਰ ਟ੍ਰਾਂਜੀਸ਼ਨ ਦੇ ਵਿੱਚ ਹੈ। ਓਕੇ। ਤੇ ਟ੍ਰਾਂਜੀਸ਼ਨ ਦੇ ਵਿੱਚ ਉਲਟੇ ਸਿੱਧੇ ਕੰਮ ਹੁੰਦੇ ਨੇ। ਇਹਨੂੰ ਮਤਲਬ ਇਹਨੂੰ ਇੰਝ ਤੁਸੀਂ ਸਮਝੋ ਕਿ ਇਹ ਕੋਈ 10 ਸਾਲਾਂ ਜਾਂ 15 ਸਾਲਾਂ 'ਚ ਇਹ ਤਬਦੀਲੀ ਨਹੀਂ ਹੋਣੀ। ਇਹ ਟ੍ਰਾਂਜੀਸ਼ਨ ਜਿਹੜੀ ਹੈ ਇਹਨੇ 50 ਸਾਲ ਲੈਣੇ ਨੇ, 20 ਸਾਲ ਲੈਣੇ ਨੇ, ਇਹਦਾ ਸਾਨੂੰ ਨਹੀਂ ਪਤਾ ਹੈਗਾ। ਇਸ ਗੱਲ ਨੂੰ ਬਸ ਤੁਸੀਂ ਆਪਣੇ ਧਿਆਨ 'ਚ ਰੱਖੋ ਕਿ ਇਟ ਇਜ਼ ਅ ਫੰਕਸ਼ਨ ਆਫ ਟਾਈਮ। Is it possible कि भी a desperate last attempt हैगा या for this fundamentalism to survive ताई इन्ने कट्टर हो गए ने सारे क्योंकि उन्हें दिस रहा हैगा कि it is getting out of hand। बिल्कुल बिल्कुल ਤੁਹਾਡੀ ਬਹੁਤ ਜ਼ਬਰਦਸਤ ਤੁਸੀਂ ਇੰਟੂਟਿਵਲੀ ਗੱਲ ਕੀਤੀ ਹੈ। ਬਿਲਕੁਲ ਸਹੀ, ਮੈਂ ਵੀ ਐਗਰੀ ਕਰਦਾ। ਮੈਨੂੰ ਵੀ ਲੱਗ ਰਿਹਾ ਕਿ ਆਖਰੀ ਦੌਰ ਹੈ, ਇਹ ਸ਼ਾਇਦ 5 ਸਾਲ 7 ਸਾਲ 10 ਸਾਲ ਦੀ ਬਾਅਦ ਦੌਰ ਹੈਗਾ। ਉਹਦੇ ਬਾਅਦ ਸਾਡੇ ਹਿੰਦੁਸਤਾਨ ਜਿਹੜਾ ਨਾਗਪੁਰ ਗੈਂਗ ਹੈ, RSS ਐਂਡ ਕੰਪਨੀ, ਇਹ ਇਹਨਾਂ ਦੀ ਉਲਟੀ ਗਿਣਤੀ ਸ਼ੁਰੂ ਹੋਈ ਹੈ। ਇਹ ਜ਼ਿਆਦਾ ਦਿਨ ਚੱਲਣ ਵਾਲੇ ਹੈ ਨਹੀਂ। ਐਂਡ ਮੇਰੇ ਹਿਸਾਬ ਨਾਲ ਏਸ਼ੀਆ ਪੈਸਿਫਿਕ ਕੰਟੀਨੈਂਟ 'ਚ ਇਹੀ ਹੋਣਾ ਚਾਹੀਦਾ। ਨਹੀਂ ਹੋ ਰਿਹਾ ਹੈ, ਹਰ ਪਾਸੇ ਇਹੋ ਹੀ ਹੋ ਰਿਹਾ ਹੈ।
ਮਤਲਬ ਪਾਕਿਸਤਾਨ ਦੇ ਵਿੱਚ ਵੀ ਜਿਹੜੀ ਫੰਡਾਮੈਂਟਲਿਜ਼ਮ ਦੀ ਲਹਿਰ 80s ਦੇ ਵਿੱਚ ਸ਼ੁਰੂ ਹੋਈ ਸੀ 90s ਤੇ ਅਰਲੀ 20s ਉਹ ਕਲਾਈਮੈਕਸ ਤੇ ਚਲੀ ਗਈ ਤੇ ਹੁਣ ਉਹ ਢਲ ਗਈ ਹੈ, ਹੁਣ ਉਹਦਾ ਉਹਨਾਂ ਜ਼ੋਰ ਨਹੀਂ ਹੈਗਾ। ਤੇ ਮਤਲਬ ਇਹ ਹੈ ਕਿ ਇਹ ਇਹਨਾਂ ਦੀ ਗੱਲ ਸਹੀ ਹੈ ਕਿ ਬੇਸਿਕਲੀ ਤੇ ਜਿਹੜਾ ਮਜ਼ਹਬ ਦਾ ਉਭਾਰ ਹੈ ਇਹ ਲਾਸਟ ਡੈਸਪਰੇਟ ਅਟੈਂਪਟ ਹੈਗੀ ਹੈ ਪੁਰਾਣੇ ਨਿਜ਼ਾਮ ਨੂੰ ਵਾਪਸ ਲਿਆਉਣ ਲਈ ਜਾਂ ਕਾਇਮ ਰੱਖਣ ਲਈ। ਉਹ ਇੰਨੀ ਐਕਸਟ੍ਰੀਮ ਜਿਹੜੀ ਹੈ ਇੰਟੈਂਸਿਟੀ ਉਹ ਜਿਹੜੀ ਫੰਡਾਮੈਂਟਲਿਜ਼ਮ ਦੇ ਵਿੱਚ ਇਸ ਵਾਸਤੇ ਹੈ ਕਿ ਜਿਹੜੀਆਂ ਤਾਕਤਾਂ ਸੁਸਾਇਟੀਜ਼ ਨੂੰ ਡੀਲ ਕਰ ਰਹੀਆਂ ਨੇ ਉਹ ਵੀ ਬਹੁਤ ਉਹਨਾਂ 'ਚ ਵੀ ਬਹੁਤ ਇੰਟੈਂਸਿਟੀ ਹੈ। ਮਤਲਬ ਹੁਣ ਇੰਨੀ ਤੇਜ਼ੀ ਦੇ ਨਾਲ ਸੁਸਾਇਟੀ ਜਿਹੜੀ ਹੈ ਉਹ ਬਦਲ ਰਹੀ ਹੈ ਤੇ ਉਹਨੂੰ ਰੋਕਣਾ, ਬਦਲੀ ਤੋਂ ਰੋਕਣ ਲਈ ਤੁਹਾਨੂੰ ਇਹਨਾਂ ਨੂੰ ਮਜ਼ਹਬੀ ਲੋਕਾਂ ਨੂੰ ਐਕਸਟ੍ਰੀਮ ਤੇ ਚਲੇ ਗਏ ਨੇ ਉਹਨੂੰ ਰੋਕਣ ਲਈ, ਕਿਉਂਕਿ ਉਹ ਬਹੁਤ ਇੰਟੈਂਸ ਹੈ ਉਹ ਜਿਹੜੀ ਅੱਗੇ ਤਬਦੀਲੀ ਦਾ ਅਮਲ ਹੈ। ਉਹੀ ਔਰੰਗਜ਼ੇਬ ਵਾਲੀ ਗੱਲ ਹੋ ਗਈ ਨਾ, ਦਿਸ ਇਜ਼ ਦੀ ਓਨਲੀ ਵੇ ਟੂ ਸਰਵਾਈਵ ਫॉर ਥੀਸ ਪੀਪਲ, ਕਿਉਂਕਿ ਫੰਡਾਮੈਂਟਲ ਦੇ ਸਿਰ ਤੇ ਹੀ ਸਰਵਾਈਵ ਕਰ ਸਕਦੇ ਨੇ। ਬਿਲਕੁਲ, ਮਤਲਬ ਇਹਦੇ 'ਚ ਹੈਲੋ ਮਤਲਬ ਇਹ ਹੈ ਕਿ ਜਿਹੜਾ ਰਿਐਕਸ਼ਨ ਹੈ ਨਾ, ਜਿਹੜਾ ਮਜ਼ਹਬੀ ਐਕਸਟ੍ਰੀਮਿਜ਼ਮ ਤੇ ਇੱਕ ਰਿਐਕਸ਼ਨ ਹੈ ਤੇ ਤੁਸੀਂ ਇਹ ਸਮਝੋ ਕਿ ਦੇ ਵਿੱਚ ਜਿਹੜੀ ਇੰਟੈਂਸਿਟੀ ਹੈ ਉਹ ਉਦੋਂ ਹੁੰਦੀ ਹੈ ਜਦੋਂ ਕਿ ਐਕਸ਼ਨ ਦੇ ਵਿੱਚ ਇੰਟੈਂਸਿਟੀ ਹੁੰਦੀ ਹੈ। ਮਿਸਾਲ ਦੇ ਤੌਰ ਤੇ ਪਹਿਲੇ ਇਹ ਸੀ ਕਿ ਜਿਹੜੀਆਂ ਔਰਤਾਂ ਨੇ ਉਹ ਖੇਤਾਂ ਤੇ ਕੰਮ ਕਰਦੀਆਂ ਸਨ, 95% ਪੇਂਡੂ ਸਮਾਜ ਸੀ, ਖੇਤਾਂ ਤੇ ਕੰਮ ਕਰਦੀਆਂ ਸਨ, ਪਰਦਾ ਨਹੀਂ ਸੀ ਕਰ ਸਕਦੀਆਂ ਵਗੈਰਾ ਵਗੈਰਾ, ਤੇ ਉਹ ਇੱਕ ਸਿਚੁਏਸ਼ਨ ਸੀਗੀ। ਅੱਛਾ, ਹੁਣ ਸੁਸਾਇਟੀ ਜਿਹੜੀ ਹੈ ਉਹ ਤਬਦੀਲ ਹੋ ਗਈ, ਹੁਣ ਔਰਤਾਂ ਉਹ ਆਜ਼ਾਦ ਤੇ ਸਨ ਲੇਕਿਨ ਉਹਨਾਂ ਦੇ ਜਿਹੜੇ ਰਾਈਟਸ ਸਨ ਉਹ ਵੀ ਬਹੁਤ ਲਿਮਿਟਡ ਸਨ। ਹੁਣ ਔਰਤ ਜਿਹੜੀ ਹੈ ਮਸਲਨ ਹਿੰਦੁਸਤਾਨ ਪਾਕਿਸਤਾਨ ਦੀ ਉਹ ਵੀ ਆਪਣਾ ਜਿਹੜੀ ਹੈ ਉਹ ਪ੍ਰੋਫੈਸ਼ਨਲ ਹੋ ਗਈ ਹੈ ਤੇ ਉਹ ਰਾਈਟਸ ਮੰਗਦੀ ਹੈ। ਜਦੋਂ ਉਹ ਰਾਈਟਸ ਮੰਗਦੀ ਹੈ ਤੇ ਫਿਰ ਉਹਦੇ ਖਿਲਾਫ ਉਨੀ ਹੀ ਐਕਸਟ੍ਰੀਮ ਦਾ ਜਿਹੜਾ ਰਿਐਕਸ਼ਨ ਹੈ ਉਹ ਆਉਂਦਾ ਹੈ। ਮਤਲਬ ਜਿਹਨੂੰ ਰਿਐਕਸ਼ਨ ਨੂੰ ਦੇਖ ਕੇ ਤੁਸੀਂ ਅੰਦਾਜ਼ਾ ਲਾਓ ਕਿ ਕਿਸ ਚੀਜ਼ ਦੀ ਵਜ੍ਹਾ ਤੋਂ ਰਿਐਕਸ਼ਨ ਸ਼ੁਰੂ ਹੋਇਆ ਹੈ ਔਰ ਇਸ ਦੀ ਇੰਟੈਂਸਿਟੀ ਜਿਹੜੀ ਹੈ ਉਹ ਇਸ ਵਜ੍ਹਾ ਤੋਂ ਹੋਏਗੀ ਕਿ ਜਿਹੜੀ ਕਾਜ਼ ਹੈਗੀ ਹੈ ਉਹ ਵੀ ਬਹੁਤ ਇੰਟੈਂਸ ਹੈ। ਹਾਂਜੀ ਸੁਖਵਿੰਦਰ ਜੀ, ਤੁਸੀਂ ਕੁਝ ਕਹਿਣ ਲੱਗੇ ਸੋ? ਇਹਦੇ 'ਚ ਡਾਕਟਰ ਸਾਹਿਬ ਤੁਹਾਡੀ ਇੱਕ ਵੀਡੀਓ ਰਿਕਾਰਡ ਕੀਤੀ ਹੋਈ ਹੈ YouTube ਤੇ, ਹਾਂਜੀ, ਉਹ ਟੈਰੋਰਿਜ਼ਮ ਤੇ, ਉਹਦੇ 'ਚ ਤੁਸੀਂ ਇਹ ਕਹੇ ਵੀ ਉਹ ਜਿਹੜਾ ਪੀਰੀਅਡ ਸੀ ਇੰਡੀਆ ਪਾਕਿਸਤਾਨ 'ਚ ਹੁਣ ਆਇਆ ਉਹ ਯੂਰਪ 'ਚ ਬਹੁਤ ਪਹਿਲਾਂ ਆ ਚੁੱਕਿਆ ਸੀ। ਬਿਲਕੁਲ ਬਿਲਕੁਲ। ਤੇ ਤੁਸੀਂ ਤੁਹਾਡੇ ਕਹਿਣ ਦਾ ਜਿਹੜਾ ਮਤਲਬ ਹੈ ਵੀ ਉਹ ਪੀਰੀਅਡ ਹੈ ਜਿਹੜਾ ਉਹ ਕਨਫਲਿਕਟ ਤੋਂ ਬਿਨਾ ਉਹਨੂੰ ਸਕਿਪ ਨਹੀਂ ਕੀਤਾ ਜਾ ਸਕਦਾ, ਵੀ ਲੋਕ ਟਕਰਾਣਗੇ, ਕਤਲੇਆਮ ਹੋਏਗਾ, ਉਹਦੇ ਤੋਂ ਬਿਨਾ ਇਹ ਜਿਹੜਾ ਐਕਸਟ੍ਰੀਮ ਹੈ ਇਹ ਖਤਮ ਨਹੀਂ ਹੋਏਗੀ। ਬਿਲਕੁਲ ਬਿਲਕੁਲ। ਇੰਡੀਆ 'ਚ ਉਦਾਂ ਦੇ ਹਾਲਾਤ ਬਣ ਰਹੇ ਨੇ। ਇੰਡੀਆ 'ਚ ਮੇਰਾ ਇਹ ਇੱਕ ਐਨਾਲਿਸਿਸ ਹੈ ਆਉਣ ਵਾਲੇ ਟਾਈਮ 'ਚ ਵੀ ਜਿਹੜਾ ਇਹ ਮਨੂਵਾਦ ਹੈ ਜਾਂ ਸੋ ਕਾਲਡ ਨਾਗਪੁਰੀਆ ਗੈਂਗ ਹੈ ਵੀ ਇਹਨਾਂ ਨੂੰ ਔਰ ਜਾਤਾਂ ਦੇ ਨਾਮ ਤੇ ਲੋਕ ਲੜਨਗੇ, ਬਹੁਤ ਖਤਰਨਾਕ ਤਰੀਕੇ ਨਾਲ ਲੜਨਗੇ, ਉਹ ਤੋਂ ਬਾਅਦ ਇਹ ਕਿਤੇ ਡਾਊਨ ਜਾਏਗਾ। ਬਿਲਕੁਲ ਬਿਲਕੁਲ। ਹਾਂਜੀ, ਦੇਖੋ ਨਾ, ਮੈਂ ਇਸ ਗੱਲ ਦੇ ਇਸ ਅਸੂਲ ਤੇ ਚੱਲ ਰਿਹਾ ਕਿ ਜੇ ਯੂਨੀਵਰਸ ਇੱਕ ਹੈ ਪੂਰਾ, ਇੱਕ ਯੂਨੀਵਰਸ ਲਾ ਹੈ ਜਿਹੜਾ ਕਿ ਇਸ ਯੂਨੀਵਰਸ ਦਾ ਇਨਰ ਫੋਰਸ ਹੈ, ਤੇ ਫਿਰ ਉਹ ਚੀਜ਼ ਜਿਹੜੀ ਹੋ ਰਹੀ ਹੈ ਉਹ ਇੰਨਾ ਹੀ ਹਾਲਾਤ ਦੇ ਵਿੱਚ ਉਹ ਕਿਤੇ ਹੋ ਚੁੱਕੀ ਹੈ ਪਹਿਲੇ, ਮਿਸਾਲ ਦੇ ਤੌਰ ਤੇ ਯੂਰਪ ਵਿੱਚ ਹੋ ਚੁੱਕੀ ਹੈ। ਤੇ ਇਹ ਬੜਾ ਦਿਲਚਸਪ ਹੋਏਗਾ ਕਿ ਆਪਣਾ ਜਿਹੜੀ ਹੁਣ ਆਰਟੀਫਿਸ਼ੀਅਲ ਇੰਟੈਲੀਜੈਂਸ ਆਈ ਹੈ ਉਹਦੇ ਵਿੱਚ ਡੇਟਾ ਪੁਆਇੰਟ ਜਿਹੜੇ ਨੇ ਉਹਨਾਂ ਨੂੰ ਐਂਟਰ ਕੀਤਾ ਜਾਵੇ ਕਿ ਯੂਰਪ ਦੇ ਵਿੱਚ 17ਵੀਂ ਸਦੀ ਦੇ ਵਿੱਚ ਕਿਹੜੀ ਮਸ਼ੀਨ ਆਈ ਤੇ ਉਹਦੇ ਨਤੀਜੇ ਦੇ ਤੌਰ ਦੇ ਉੱਤੇ ਕਿਹੜੀ ਮਜ਼ਹਬੀ ਤਹਿਰੀਕ ਬਣੀ, ਕੋਰਿਲੇਸ਼ਨ ਕੀ ਹੈਗਾ। ਇਸੇ ਤਰ੍ਹਾਂ ਤੁਸੀਂ ਦੇਖੋ ਨਾ, ਹੁਣ ਤੁਸੀਂ ਪਾਕਿਸਤਾਨ ਤੇ ਹਿੰਦੁਸਤਾਨ ਨਹੀਂ ਲੈ ਲਓ ਨਾ, ਦੋਵਾਂ ਦਾ ਪੋਲੀਟੀਕਲ ਸਿਸਟਮ ਵੱਖ-ਵੱਖ ਹੈ।
ਪਾਕਿਸਤਾਨ ਦੇ ਵਿੱਚ ਪਾਕਿਸਤਾਨ ਬਣਨ ਤੋਂ ਲੈ ਕੇ ਹੁਣ ਤੱਕ ਮੋਸਟਲੀ ਮਿਲਟਰੀ ਨੇ ਹਕੂਮਤ ਕੀਤੀ ਹੈ ਔਰ ਡੈਮੋਕ੍ਰੇਸੀ ਜਿਹੜੀ ਹੈ ਉਹ ਅੱਵਲ ਤੇ ਰਹੀ ਨਹੀਂ ਹੈ ਕਦੀ। ਤੇ ਜੇ ਰਹੀ ਜੇ ਡੈਮੋਕ੍ਰੇਸੀ ਨਾਂ ਦੀ ਕੋਈ ਚੀਜ਼ ਹੁੰਦੀ ਵੀ ਹੈ ਤੇ ਉਹ ਵੀ ਕੰਟਰੋਲ ਡੈਮੋਕ੍ਰੇਸੀ ਹੁੰਦੀ ਹੈ। ਹਿੰਦੁਸਤਾਨ ਦੇ ਵਿੱਚ ਜਿਹੜੀ ਪੋਲੀਟੀਕਲ ਐਵੋਲੂਸ਼ਨ ਹੈ ਉਹ ਡੈਮੋਕ੍ਰੇਟਿਕ ਹੈ, ਲੇਕਿਨ ਜਿਹੜੀਆਂ ਬੇਸਿਕ ਇਕਨੋਮਿਕ ਫੋਰਸਿਸ ਨੇ ਉਹਨਾਂ ਨੂੰ ਪੋਲੀਟੀਕਲ ਸਿਸਟਮ ਓਵਰ ਰੂਲ ਨਹੀਂ ਕਰ ਸਕਦਾ। ਚਨਾਚੇ ਪਾਕਿਸਤਾਨ ਔਰ ਹਿੰਦੁਸਤਾਨ ਦੋਵਾਂ ਦੇ ਵਿੱਚ ਹੀ ਜਦੋਂ ਇਹ ਆਪਣਾ ਇੰਡਸਟਰੀਲਾਈਜੇਸ਼ਨ ਮਸ਼ੀਨ ਦਾ ਇਸਤੇਮਾਲ ਆਇਆ ਹੈ ਤੇ ਉਹਦੇ ਨਾਲ ਜਿਹੜੀ ਐਕਸਟ੍ਰੀਮਿਜ਼ਮ ਹੈ, ਰਿਲੀਜੀਅਸ ਐਕਸਟ੍ਰੀਮਿਜ਼ਮ ਹੈ, ਉਹ ਇੱਕੋ ਜਿਹੀ ਹੈ। ਉਹ ਜਿਹੜਾ ਈਸਟ ਪੰਜਾਬ ਹੈ, ਚੜ੍ਹਦਾ ਪੰਜਾਬ, ਉਹਦੇ ਵਿੱਚ ਜਿਹੜੀ ਇਹ 80s ਦੇ ਵਿੱਚ ਜਿਹੜੀ ਇਹ ਤਹਿਰੀਕ ਚੱਲੀ ਖਾਲਿਸਤਾਨ ਦੀ, ਉਹਦਾ ਤੁਸੀਂ ਗੌਰ ਨਾ ਮਤਲਬ ਉਹ ਉੱਤੇ ਗੌਰ ਕਰੋ ਤੁਸੀਂ। ਇਹ ਪਹਿਲੇ ਈਸਟ ਪੰਜਾਬ 'ਚ ਕਿਉਂ ਹੋ ਗਈ? ਉਹਦੀ ਵਜ੍ਹਾ ਹੈ ਕਿ ਈਸਟ ਪੰਜਾਬ ਦੇ ਵਿੱਚ ਐਗਰੀਕਲਚਰ ਦੀ ਜਿਹੜੀ ਟਰਾਂਸਫਰਮੇਸ਼ਨ ਸੀ ਉਹ ਪਹਿਲੇ ਸ਼ੁਰੂ ਹੋ ਗਈ ਸੀ। ਪਾਕਿਸਤਾਨੀ ਪੰਜਾਬ ਵਿੱਚ ਬਹੁਤ ਬਾਅਦ 'ਚ ਹੋਈ ਹੈ, ਲੇਕਿਨ ਨਤੀਜਾ ਇੱਥੇ ਹੀ ਨਿਕਲਿਆ। ਉੱਥੇ ਈਸਟ ਪੰਜਾਬ ਦੇ ਵਿੱਚ ਸਿੱਖ ਐਕਸਟ੍ਰੀਮਿਜ਼ਮ ਪੈਦਾ ਹੋਈ ਤੇ ਵੈਸਟ ਪੰਜਾਬ ਦੇ ਵਿੱਚ ਮੁਸਲਮਾਨ ਐਕਸਟ੍ਰੀਮ ਪੈਦਾ ਹੋਈ। ਮਤਲਬ ਉਹਨਾਂ ਦੇ ਨਾਂ ਤੇ ਰੰਗ ਵੱਖਰੇ ਵੱਖਰੇ ਨੇ, ਲੇਕਿਨ ਉਹਨਾਂ ਦਾ ਐਸੈਂਸ ਇੱਕ ਹੀ ਹੈਗਾ ਨਾ। ਉਹੀ ਗੱਲ, ਕਿਤੇ ਰਾਮਦਾਸ ਕਿਤੇ ਫਤਿਹ ਮੁਹੰਮਦ, ਇਹੋ ਕਦੀਮੀ ਸ਼ੋਰ। ਠੀਕ ਹੈ ਜੀ, ਬਿਲਕੁਲ ਠੀਕ। ਓਕੇ ਜੀ, ਫਿਰ ਚਲੋ। ਬਹੁਤ ਵਧੀਆ, ਬਹੁਤ ਵਧੀਆ, ਬਹੁਤ ਅੱਛਾ, ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਵੀ ਹੈਵ ਲਰਨਡ ਸੋ ਮਚ। ਬਹੁਤ ਬਹੁਤ ਜ਼ਿਆਦਾ ਮਿਹਰਬਾਨੀ ਡਾਕਟਰ ਸਾਹਿਬ। ਬਿਲਕੁਲ, ਬਹੁਤ ਬਹੁਤ ਅੱਛਾ ਸੈਸ਼ਨ ਡਾਕਟਰ ਸਾਹਿਬ, ਥੈਂਕ ਯੂ ਸੋ ਮਚ। ਸਭ ਦੋਸਤਾਂ ਨੂੰ ਵੀ ਬਹੁਤ अच्छा लगा जी। नहीं, it is in fact is thought provoking और अच्छा लग गया। Yes, it was learning way, it is actually। we are grateful to you, thank you very much and we will be in touch। all the best sir। सारे शुभकामनाएं। थैंक यू जी सारियां नूं, रब रखा। Okay, ਰੱਬ ਰਾਖਾ ਜੀ।